वाहिगुरु जी का खालसा, वाहिगुरु जी की फतेह। वाहिगुरु जी की फतेह। सभी गुरमुख जन जो इस चर्चा में भाग लेने के लिए हमारे साथ शामिल हुए हैं, मैं सबका स्वागत करता हूं। श्री जगदीश जी हमारे साथ जुड़े हुए हैं, वीर मनप्रीत सिंह जी वो स्पेशली बंगाल से हमारे साथ जुड़े हुए हैं, उनका भी मैं वेलकम करता हूँ इस प्रोग्राम में। मनप्रीत भाजी आवाज आ रही है जी? हाँ जी, आ रही है वीर जी। हाँ जी। हम सभी जुड़े हैं क्योंकि परसों जो है वो इलेक्शन का रिजल्ट आकर के हटा है। जो 5 स्टेट्स में जो इलेक्शन थी, बंगाल की, असम की, तमिलनाडु की, पुडुचेरी की, केरला की, उसमें जो नतीजे आए हैं, रिजल्ट आए हैं, हम उस पर चर्चा करने के लिए आज इकट्ठा हुए हैं। वैसे वॉइस ऑफ मानवता का जो हमारा जो मेन मोटिव है हमारे चैनल का, हम किसी की वैर विरोधता नहीं करते इस चैनल पर किसी पार्टी की। हम विचारधारा की बात करते हैं जब भी करते हैं, और हमारी सोच ये है कि जो विपर सोच है ना, उसको कैसे 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 ना कैसे कंट्रोल किया जाए, किसी ना किसी तरीके के साथ वो समाज, जो सारे समाज, सारे धर्मों में आपस में प्यार बांटे। ये हमारी सोच है वॉइस ऑफ मानवता की। इसलिए ही हम इस जो चैनल के माध्यम से विचार चर्चाएं करते रहते हैं। और आज भी हम जुड़े हैं, जगदीश जी हमारे साथ हैं, वो सतनामी समाज से हमारे साथ हैं। वीर मनप्रीत सिंह जी पहली बार हमारे साथ जुड़े हैं, वो बंगाल से है हमारे साथ। मैं मनप्रीत सिंह भाजी ਦੇ ਕੋਲ ਪਹਿਲਾਂ ਜਾਣਾ ਹੈਗਾ ਤੇ ਉਹ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਅੱਜ ਉਹਨਾਂ ਤੋਂ ਕਰਾਉਣੀ ਹੈ। ਤੇ ਪਹਿਲਾਂ ਮੈਂ ਵੈਲਕਮ ਕਹਿਣਾ ਭਾਜੀ ਤੁਹਾਨੂੰ, ਮਨਪ੍ਰੀਤ ਸਿੰਘ ਜੀ। ਧੰਨਵਾਦ ਜੀ ਤੁਹਾਡਾ ਮਨਦੀਪ ਸਿੰਘ ਜੀ। ਆਪਣੇ ਬਾਰੇ ਥੋੜਾ ਜਿਹਾ ਸਾਨੂੰ ਚਾਨਣਾ ਪਾਓ ਤੇ ਜਿਹੜੀ ਹੈ ਨਾ ਬੰਗਾਲ ਚ ਜਿਹੜੀ ਇਲੈਕਸ਼ਨ ਹੋਈ ਆ ਉਹਦੇ ਵਿੱਚ ਜਿਹਦਾ ਤ੍ਰਿਣਮੂਲ ਕਾਂਗਰਸ ਜਿਹੜੀ ਹੈਗੀ ਆ ਜਿੱਤੀ ਜਿੱਦਾਂ ਹੈਗੀ ਆ, ਤੇ ਉਹਦੀ ਪੋਜੀਸ਼ਨ ਦੇ ਬਾਰੇ ਜਿਹੜੀ ਹੈਗੀ ਆ ਚਾਨਣਾ ਪਾਓ। ਅਸੀਂ ਉਹਦੇ ਬਾਰੇ ਪਹਿਲਾਂ ਚਰਚਾ ਕਰਾਂਗੇ, ਉਸ ਤੋਂ ਬਾਅਦ ਵਿੱਚ ਅਗਲਾ ਜਿਹੜਾ ਨਾ ਪ੍ਰੋਗਰਾਮ ਸਟੈਪ ਫਾਰਵਰਡ ਕਰਾਂਗੇ। ਵੀਰ ਮਨਪ੍ਰੀਤ ਸਿੰਘ ਆਪਣੇ ਬਾਰੇ ਪਹਿਲਾਂ ਥੋੜਾ ਜਿਹਾ। ਮੈਂ ਮਨਪ੍ਰੀਤ ਸਿੰਘ, ਮੈਂ ਕੋਲਕਾਤਾ ਵਿੱਚ ਰਹਿਣਾ, ਬੰਗਾਲ ਵਿੱਚ। ਤੇ ਮੈਂ ਪਹਿਲਾਂ ਤਾਂ ਸਾਰਿਆਂ ਤੋਂ ਤੁਹਾਡੀ ਟੀਮ ਦਾ ਔਰ ਵਾਇਸ ਆਫ ਮਾਨਵਤਾ ਦਾ ਧੰਨਵਾਦ ਕਰਦਾ, ਸਾਰੇ ਸਰੋਤਿਆਂ ਦਾ। ਸੋ ਜਿਨ੍ਹਾਂ ਨੇ ਇਹ ਮੌਕਾ ਦਿੱਤਾ ਸਾਨੂੰ ਇਸ ਗੱਲਬਾਤ ਦੇ ਰਾਹੀਂ। ਸੋ ਇਹ ਗੱਲ ਜਿਹੜੀ ਇਲੈਕਸ਼ਨ ਦੇ ਦੌਰ ਨੂੰ ਲੈ ਕੇ ਜਿਹੜੀ ਗੱਲ ਚੱਲ ਰਹੀ ਆ, ਇਹ ਜਿਹੜਾ ਇੱਥੋਂ ਦੇ ਜਿਹੜੇ ਲੋਕ ਨੇ ਇਹ ਬਹੁਤ ਸੁਚੱਜੇ ਸੀਗੇ, ਬਹੁਤ ਸਿਆਣੇ ਲੋਕ ਨੇ, ਜਿਹੜੇ ਕਿ ਧਰਮਵਾਦ ਵਿੱਚ ਨਹੀਂ ਜਾਣਾ ਚਾਹੁੰਦੇ, ਜਿਹੜੇ ਵਿਕਾਸ ਦੇ ਨਾਂ ਤੇ ਵੋਟਾਂ ਦੇਣੀਆਂ ਪਸੰਦ ਕਰਦੇ ਨੇ ਕਿ ਵਿਕਾਸ ਕਿਸ ਨੇ ਸਾਡਾ ਕੀਤਾ ਹੈ। ਸੋ ਇਸ ਲਈ ਇੱਥੇ ਇਹ ਸਰਕਾਰ ਦਾ ਜਿਹੜਾ ਨਾਰਾ ਨਹੀਂ ਚੱਲਿਆ। ਅਦਰਵਾਈਜ਼ ਜੇ ਦੇਖਿਆ ਜਾਵੇ ਤੇ ਜਿਹੜੀ ਬੀਜੇਪੀ ਸਰਕਾਰ ਦੀਆਂ ਕੋਸ਼ਿਸ਼ਾਂ ਸੀਗੀਆਂ, ਸੋ ਪੂਰੇ ਦੇਸ਼ ਦੇ, ਇੰਡੀਆ ਦੇ ਜਿੰਨੇ ਮਿਨਿਸਟਰ, ਜਿੰਨੇ ਸੀਐਮ ਸੀਗੇ, ਮੈਕਸਿਮਮ ਲੀਡਰ ਬੰਗਾਲ ਦੇ ਵਿੱਚ ਇਲੈਕਸ਼ਨਾਂ ਤੋਂ ਪਹਿਲਾਂ ਦੌਰੇ ਤੇ ਸੀਗੇ। ਸੋ ਕਾਫੀ ਟਫ ਇਲੈਕਸ਼ਨ ਸੀਗੀ ਇਹ ਵਾਲੀ। ਸੋ ਬਹੁਤ ਹੀ ਪੀਸਫੁਲੀ ਗਈ ਹੈ ਇਹ ਜਿਹੜੀ। ਤੇ ਕਿਉਂਕਿ ਮੈਂ ਜਿੱਥੇ ਤੱਕ ਮਹਿਸੂਸ ਕਰਨਾ ਵੀ ਬੰਗਾਲ ਦੇ ਵਿੱਚ ਪਹਿਲਾਂ ਲੈਫਟ ਪਾਰਟੀਜ਼ ਦਾ ਰਾਜ ਸੀਗਾ। ਤਕਰੀਬਨ 5 ਵਾਰੀ ਜੋਤੀ ਬਾਸੂ ਇੱਥੋਂ ਦਾ ਮੁੱਖ ਮੰਤਰੀ ਰਿਹਾ। ਇਹ ਤੋਂ ਬਾਅਦ ਦੇ ਵਿੱਚ ਅੱਜ ਜਿੱਦਾਂ ਮੈਂ ਸੋਚਦਾ ਹੈਗਾ ਵੀ ਲੈਫਟ ਨੂੰ ਜਿਹੜਾ ਹੈਗਾ ਜਾਂ ਕਾਂਗਰਸ ਨੂੰ ਇੱਥੋਂ ਦੇ ਲੋਕਾਂ ਨੇ ਬਿਲਕੁਲ ਵੀ ਪ੍ਰਵਾਨ ਨਹੀਂ ਕੀਤਾ, ਜਿਹਨਾਂ ਦਾ ਇੱਕ ਟਾਈਮ ਇੱਥੇ ਪੂਰੀ ਤਰ੍ਹਾਂ ਰਾਜ ਸੀਗਾ। ਤੇ ਉਹਦੀ ਜਗ੍ਹਾ ਦੇ ਉੱਤੇ ਬੀਜੇਪੀ ਜਿਹੜੀ ਹੈਗੀ ਆ ਉਹ ਆਪੋਜੀਸ਼ਨ ਚ ਆ ਗਈ। ਕੀ ਇਹ ਅਸੀਂ ਸੋਚ ਸਕਦੇ ਹਾਂ ਮਨਪ੍ਰੀਤ ਭਾਜੀ ਵੀ ਇੱਥੇ ਜਿਹੜੇ ਲੈਫਟ ਵਿੰਗ ਆ ਉਹ ਬਿਲਕੁਲ ਖਤਮ ਹੋ ਗਿਆ ਤੇ ਹੁਣ ਰਾਈਟ ਵਿੰਗ ਜਿਹੜਾ ਹੈਗਾ ਆ, ਜਾਂ ਉਹ ਮੋਡਰੇਟ ਵਿੰਗ ਜਿਹੜਾ, ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਵੀ ਇਹ ਸਲਾਈਟਲੀ ਲੈਫਟ ਵੱਲੋਂ ਵੀ ਜਾਂਦਾ ਤੇ ਰਾਈਟ ਵੱਲੋਂ ਵੀ ਜਾਂਦਾ, ਵੀ ਸਮਾਜਵਾਦੀ ਵਿਚਾਰਧਾਰਾ ਦੀ ਗੱਲ ਵੀ ਕਰਦਾ ਤੇ ਪੂੰਜੀਪਤੀਆਂ ਦੀ ਗੱਲ ਵੀ ਕਰਦਾ, ਕਿ ਅਸੀਂ ਇਹ ਸਮਝਦੇ ਹਾਂ ਵੀ ਉਹਨਾਂ ਦਾ ਪ੍ਰਭਾਵ ਵੱਧ ਗਿਆ, ਜਾਂ ਦੂਸਰੇ ਜਿਹੜੇ ਮਨੁੱਖੀ ਹੱਕਾਂ ਦੀ ਸਮਾਜਵਾਦੀ ਜਿਹੜੇ ਲੋਕੀ ਸੀਗੇ ਜਿਹੜੇ ਲੈਫਟ ਵਾਲੇ, ਕੀ ਉਹਨਾਂ ਦਾ ਬਿਲਕੁਲ ਪਤਨ ਹੋ ਗਿਆ, ਜਾਂ ਕੀ ਇਹ ਸਮਝਦੇ ਆ ਕਿ ਉਹਨਾਂ ਦੇ ਅੱਗੇ ਵੀ ਕੋਈ ਚਾਂਸ ਹੈਗੇ? ਨਹੀਂ, ਇਹ ਗੱਲ ਤਾਂ ਬਿਲਕੁਲ ਕਲੀਅਰ ਹੈ ਕਿ ਆਉਣ ਵਾਲੇ ਸਮੇਂ 'ਚ ਨੈਕਸਟ ਜਿਹੜੀਆਂ ਇਲੈਕਸ਼ਨਾਂ ਆਉਣਗੀਆਂ ਉਹ 'ਚ ਲੈਫਟ ਇੱਕ ਵਾਰ ਫੇਰ ਬਰਾਬਰ ਦੀ ਟੱਕਰ ਲੈ ਕੇ ਬਾਹਰ ਆਏਗੀ। ਇਸ ਟਾਈਮ ਕੁਝ ਦੌਰ ਹੋਰ ਸੀਗਾ ਕਿਉਂਕਿ ਜਿਹੜੀ ਇਹ ਮਨੂਵਾਦੀ ਸੋਚ ਜਿਹੜੀ ਬੀਜੇਪੀ ਸਰਕਾਰ ਲੈ ਕੇ ਚੱਲ ਰਹੀ ਆ, ਸੋ ਸਾਰੀਆਂ ਹੀ ਓਪੋਜੀਸ਼ਨ ਪਾਰਟੀਆਂ, ਇਹ ਪਹਿਲੀ ਵਾਰ ਹੋਇਆ ਹੋਊਗਾ ਇਤਿਹਾਸ ਦੇ ਵਿੱਚ ਕਿ ਜਿੰਨੀਆਂ ਵੀ ਓਪੋਜੀਸ਼ਨ ਪਾਰਟੀਆਂ ਆ ਉਹ ਤਕਰੀਬਨ ਆਪਣੇ ਵਿੱਚ ਪੂਰੇ ਤਾਲਮੇਲ ਤੇ ਇਕਜੁੱਟਤਾ ਵਿੱਚ ਆ ਗਈਆਂ ਨੇ
ਉਹ ਬੀਜੇਪੀ ਨੂੰ ਹਰਾਉਣ ਦੇ ਵਿੱਚ, ਕਿਉਂਕਿ ਬੀਜੇਪੀ ਦੀ ਜਿਹੜੀ ਸੋਚ ਹੈ ਇਹ ਮਨੂਵਾਦੀ ਸੋਚ ਹੈ। ਸੋ ਸਾਰੀਆਂ ਪਾਰਟੀਆਂ ਇਹਨਾਂ ਦਾ ਵਿਰੋਧ ਕਰ ਰਹੀਆਂ ਨੇ। ਕਿਉਂਕਿ ਅਸੀਂ ਜਿੱਥੇ ਤੱਕ ਕਾਰਨ ਸਮਝਦੇ ਹਾਂ, ਕਿਉਂਕਿ ਇੱਕ ਮਨ ਦੇ ਵਿੱਚ ਜਿੱਥੇ ਜਿੱਤ ਦੀ ਸਾਰੇ ਜਿੰਨੇ ਵੀ ਅਸੀਂ ਲੋਕ ਖੁਸ਼ ਹੈਗੇ ਹਾਂ, ਦੂਸਰੀ ਜਗ੍ਹਾ ਦੇ ਉੱਤੇ ਇੱਕਦਮ ਹੈਰਾਨਗੀ ਵੀ ਆਉਂਦੀ ਹੈ ਵੀ ਇੱਕ ਪਾਰਟੀ ਜਿਹਦੇ ਕੋਲ ਕਦੀ 2 ਜਾਂ 3 ਸੀਟਾਂ ਤੋਂ ਵੱਧ ਨਹੀਂ ਸੀ ਜਿੱਤੀਆਂ ਜਾਂਦੀਆਂ, ਉਹ ਇੱਕਦਮ 70-80 ਸੀਟਾਂ ਲੈ ਜਾਂਦੀ ਹੈ। ਇਸ ਕਰਕੇ ਇਹ ਵਿਚਾਰ ਹਰ ਇੱਕ ਦੇ ਮਨ ਦੇ ਵਿੱਚ ਸਵੇਰ ਦਾ ਸੋਸ਼ਲ ਮੀਡੀਆ ਤੇ ਵੀ ਜਿੰਨੇ ਵੀ ਸਾਡੇ ਨਾਲ ਲਿੰਕ ਦੇ ਵਿੱਚ ਜੁੜੇ ਆ, ਉਹਨਾਂ ਦੇ ਮਨ ਦੇ ਵਿੱਚ ਵੀ ਆ ਰਿਹਾ, ਸਾਰਿਆਂ ਦੇ ਮਨ ਦੇ ਵਿੱਚ ਵੀ ਆ ਰਿਹਾ ਕਿ ਇੱਕਦਮ ਲੈਫਟ ਨੂੰ ਪਸੰਦ ਕਰਨ ਵਾਲਾ ਜਿਹੜਾ ਤਬਕਾ ਜਿਹੜਾ ਉਹ ਇੱਕਦਮ ਚੇਂਜ ਹੋ ਕੇ ਉਹਨਾਂ ਨੂੰ ਕੋਈ ਸੀਟ ਨਹੀਂ ਦੇ ਰਿਹਾ ਜਾਂ 1-2 ਸੀਟਾਂ ਦੇ ਰਿਹਾ। ਇਸ ਕਰਕੇ ਮਨ ਦੇ ਵਿੱਚ ਵਿਚਾਰ ਹੁੰਦਾ ਸੀ ਵੀ ਕਹਿਣ ਦਾ ਭਾਵ ਇਹ ਹੈ ਕਿ ਲੈਫਟ ਦਾ ਜਿਹੜਾ ਪ੍ਰਭਾਵ ਉਹ ਬਿਲਕੁਲ ਖਤਮ ਕਿਉਂ ਹੋ ਗਿਆ। ਇਹ ਬੜੀ ਵੱਡੀ ਇੱਕ ਵਿਸ਼ਾਦੀ ਗੱਲ ਹੈਗੀ ਹੈ, ਕਿਉਂਕਿ ਸਾਰੀਆਂ ਵਿਚਾਰਧਾਰਾਵਾਂ ਅਸੀਂ ਇੱਥੇ ਚੈਨਲ ਦੇ ਉੱਤੇ ਕਿਸੇ ਪਾਰਟੀ ਦੀ ਜਿੱਤ ਤੇ ਖੁਸ਼ੀ ਨੂੰ ਜਾਂ ਕਿਸੇ ਦੀ ਗਮੀ ਦੇ ਉੱਤੇ ਅਸੀਂ ਚਰਚਾ ਕਰਨੇ, ਅਸੀਂ ਵਿਚਾਰਧਾਰਾ ਦੀ ਗੱਲ ਕਰਦੇ ਹਾਂ। ਉਹ ਵਿਚਾਰਧਾਰਾ ਜਿਹੜੀ ਵਿਪਰ ਵਿਚਾਰਧਾਰਾ ਜਿਨ ਸਮਾਜ ਦੇ ਵਿੱਚ ਅੱਜ ਦਾ ਜੋ ਦੌਰ ਬਣਾਇਆ ਹੋਇਆ ਇਹਦੇ ਵਿੱਚ ਵੰਡੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ, ਉਹਨਾਂ ਦੇ ਉੱਤੇ ਜਿਹੜੀ ਗੱਲ ਜਿਹੜੀ ਹੈ ਹਮੇਸ਼ਾ ਜਿਹੜੀ ਹੈਗੀ, ਕਿਉਂਕਿ ਵਿਚਾਰਧਾਰਾ ਅੱਗੇ ਜਦੋਂ ਵੱਧਦੀ ਹੈ ਨਾ, ਜਦੋਂ ਕੋਈ ਵਿਚਾਰਧਾਰਾ ਸਟਾਪ ਹੁੰਦੀ ਗਲਤ ਵਿਚਾਰਧਾਰਾ, ਉਹ ਦੇਸ਼ ਦੀ ਤਰੱਕੀ ਕਰਾਉਂਦੀ ਹੈ। ਤੇ ਜਦੋਂ ਕੋਈ ਵਿਚਾਰਧਾਰਾ ਜਿਹੜੀ ਹੈਗੀ ਆ ਗਲਤ ਵਿਚਾਰਧਾਰਾ ਅੱਗੇ ਵੱਧਦੀ, ਉਹ ਦੇਸ਼ ਨੂੰ ਪਿੱਛੇ ਲੈ ਕੇ ਜਾਂਦੀ ਹੈ, ਜਿਹਦਾ ਖਮਿਆਜਾ ਸਾਡਾ ਦੇਸ਼ ਹੁਣ ਵੀ ਭੁਗਤ ਰਿਹਾ। ਅਸੀਂ ਭਾਵੇਂ ਅਮਰੀਕਾ ਦੇ ਵਿੱਚ ਬੈਠੇ ਆ, ਮਗਰ ਸਾਡਾ ਦਰਦ ਜਿਹੜਾ ਹੈਗਾ ਇੱਥੋਂ ਦੇ ਲੋਕਾਂ ਦੇ ਨਾਲ ਹਮੇਸ਼ਾ ਹੀ ਰਿਹਾ, ਕਿਉਂਕਿ ਦਿਲਚਸਪੀ ਹਮੇਸ਼ਾ ਰਹਿੰਦੀ ਆ। ਸਰੀਰ ਅਮਰੀਕਾ ਦੇ ਵਿੱਚ ਆ ਤੇ ਪਰ ਆਤਮਾ ਜਿਹੜੀਆਂ ਸਾਡੀਆਂ ਹੈਗੀਆਂ ਉਹ ਹਮੇਸ਼ਾ ਇੰਡੀਆ ਦੇ ਨਾਲ ਜੁੜੀਆਂ ਹੁੰਦੀਆਂ। ਜਗਦੀਸ਼ ਜੀ, ਤੁਸੀਂ ਇਹ ਇਲੈਕਸ਼ਨ ਹੋਈ ਹੈਗੀ ਆ, ਇਹਦੇ ਉੱਤੇ ਆਪਣੇ ਵਿਚਾਰ ਰੱਖੋਗੇ? ਜਿਹੜੀ ਸਾਰੀ ਦੀ ਸਾਰੀਆਂ ਇਲੈਕਸ਼ਨਾਂ ਦੇ ਵਿੱਚ ਜਿਹੜੇ 5 ਸਟੇਟਾਂ ਦੇ ਵਿੱਚ ਇਲੈਕਸ਼ਨ ਹੋਈ ਹੈ, ਤੁਸੀਂ ਉਹਦੇ ਤੇ ਆਪਣੇ विचार दिए। जी, सबसे पहला तो वाई साहब मानवता चैनल में जुड़े हुए सभी दर्शकों को और इस डिबेट में शामिल हुए वेस्ट बंगाल से मनप्रीत सिंह जी का, आपका सभी मित्रों का वाहेगुरु जी का खालसा, वाहेगुरु जी की फतेह, जय भीम, नमो बुद्धाय। हम एक और आज वर्ल्ड प्रेस फ्रीडम डे भी है, उसकी भी आप सबों को बहुत बधाई, क्योंकि आज हम इस डिबेट में जो चर्चा कर रहे हैं वेस्ट बंगाल की, और हम मीडिया पे बात कर रहे हैं, सोशल मीडिया पे बात कर रहे हैं, और इस मीडिया के माध्यम से जो वर्ल्ड फ्रीडम प्रेस डे की जो आज बात हो रही है, और वो मुद्दा भी आज इसी पर्पस में अगर हम करें तो बहुत अच्छी बात भी है, क्योंकि जिस ढंग से भारत की जो मेन स्ट्रीम की मीडिया है, और मेन स्ट्रीम की मीडिया कहीं न कहीं शासन प्रशासन की ओर थोड़ी बहुत झुकाव तो रहती है, लेकिन मीडिया एक 4th पिलर माना जाता है, और 4th पिलर होने के नाते सभी पहलुओं को, सभी पक्षों को सच्चाई से, ईमानदारी से उसको दिखाए जाने की और बताए जाने की जरूरत है। जी। लेकिन जिस ढंग से कुछ सालों से, जब से भारत देश के अंदर में प्राइम मिनिस्टर मोदी साहब आए हुए हैं, तब से जो बड़ी बड़ी मेन स्ट्रीम की मीडिया है उनके भक्त बन गए हैं, और कहीं ना कहीं उनसे कोई जो देश हित में या जनहित में जो जवाब सवाल किए जाने चाहिए, उसको लेकर कभी भी मीडिया अपने हक अदा नहीं की है। इसी कारण आज भारत देश के बहुत सारे मीडियाओं को लोग जो है गोदी मीडिया के नाम से कहते हैं, और ये मीडिया को भी लोगों ने बदनाम कर रखा है। बहरहाल हम उस पर ना जा करके पश्चिम बंगाल की आज चुनाव के बारे में जो बात कर रहे हैं, तो जिस ढंग से भारत देश के अंदर में ये जो अभी कोरोना काल चल रहा है, और मद्रास हाई कोर्ट ने इलेक्शन कमीशन को फटकार भी लगाई, और इस चुनाव को लेकर इस कोरोना काल में उनको जिम्मेदार भी ठहराया कि इनके ऊपर में मामला दर्ज भी किया जाना चाहिए, इसकी सारी जिम्मेदारी इलेक्शन कमीशन को है, ऐसा मद्रास हाई कोर्ट ने अपने जजमेंट में कहा और फटकार भी लगाई। बहरहाल जिस ढंग से वेस्ट बंगाल में जो हम देखते सुनते हैं कि वहाँ पे विभिन्न जाति धर्म के लोग वेस्ट बंगाल में रहते हैं और एक भाईचारा के साथ रहते हैं, जैसा कि मनप्रीत जी भी वहाँ पे कलकत्ता में है, लेकिन कभी किसी समय में वो पंजाब से ही उनके पुरखे गए होंगे। बहरहाल वहाँ के बारे में ज्यादा तो मनप्रीत ही बता सकते हैं, लेकिन जिस ढंग से हम वहाँ का जो पश्चिम बंगाल की जो हम गतिविधि के बारे में स्टडी करते हैं, अध्ययन करते हैं, और बहुत सारे सोशल मीडिया के लोगों ने जो अभी वहाँ की चर्चा करी चुनाव के समय, कैंपेन के समय में, तो वहाँ की जो जनता है कहीं ना कहीं जो ये जो नफरत फैलाने वाले और ये फांसीवादी इस सरकार की नीति नियत को लोगों ने नकारा है।
चाहे वह किसान का मामला हो, चाहे एनआरसी का मामला हो, चाहे देश के अंदर में जो नीति और नियत का मामला हो सरकार की, इनकी मंशा जनता के प्रति कितनी संवेदनशील है। जो ये लोग लेके आए थे सबका विकास, सबका साथ, अच्छे दिन, ऐसे ऐसे स्लोगन देते हैं, लेकिन ये सब उल्टे है। ये मेरा विचार है। बिल्कुल, क्योंकि ऐसा है कि देश की जो आजादी है, प्रेस की आजादी, उस पर भी बात होनी बहुत जरूरी है, आपने जैसा बताया, क्योंकि जो मेन स्ट्रीम मीडिया जैसे दलाली करता रहा है, अब तक भी कर रहा है। कल परसों जब, क्योंकि मेरा शुरू से इंटरेस्ट रहा है, जब से मैं बचपन में देख रहा हूँ कि जैसे क्रिकेट मैच में मजा आता है ना, वैसे इलेक्शन के रिजल्ट सुनने में मजा ऐसे ही आता था। और ये जो मीडिया जो है, जैसे एकदम जब बीजेपी का कोई आदमी आगे निकलने की करता था तो फिर बहुत चीखे मार मार के, बहुत आवाजें लगा लगा के बताते थे कि वो वहां से आगे निकल गया, वो वहां से आगे निकल गया। उससे इनकी मंशा जो जार होती थी, एबीपी न्यूज हो, चाहे आज तक वाले हो, चाहे कोई भी हो, ऐसे जो लोग है सो कॉल्ड जो दरबारी मीडिया जिसको हम कह सकते हैं, उनकी ये हमेशा ही सोच रही। और शाम को जब सुबह जहां पर मॉर्निंग में हम उठे तो देखा तो इन सब के रंग उतरे हुए थे, और रिजल्ट अनाउंस ये करते तो उससे पहले ही मालूम पड़ गया था कि यहाँ पर जो है वो ममता बनर्जी की सरकार जो है फिर दोबारा पावर में आ गई। और पूरी फुल मेजोरिटी के साथ जब नंबर्स देखे तो और हैरान हुए सभी कि वो पहले से भी ज्यादा बड़ी जीत, जैसे क्योंकि एग्जिट पोल या दूसरी चीजें जो बताई जा रही थी वो बता रहे थे कि 160 सीटें लगी, कोई कहते थे 150 तक ही रह जाएगी, और कोई बीजेपी को जिता रहा था। जैसे जी मीडिया वाले जो जी न्यूज वाले, वो तो हमेशा ही बीजेपी के साथ रहते हैं, वो तो आखिरी समय तक भी बीजेपी को ही आगे ही बता रहे थे। 3 बजे 4 बजे तक हम देख रहे थे जो इनके मोदी भक्त मीडिया है, ये हमेशा ही मतलब उनकी प्रोपेगेंडा और जीत की ही सेहरा मानते नजर आ रहे थे। बिल्कुल ऐसा था कि और जब उनको सच्चाई का मालूम पड़ा था, क्योंकि मैंने सब कुछ देखा है कि जब शुरू होता है ना, कोई भी इलेक्शन का शुरू होता है, ये हमेशा ही बीजेपी को पहले आगे बढ़ाते हैं, पहले बीजेपी को आगे बढ़ाते हैं कि दूसरे का हौसला गिरे, लोगों का हौसला गिरे, मगर अंत में तो सच्चाई बतानी होती है। साडे नाल वीर कुलविंदर सिंह जी जुड़े आ, पहला वो अपने आप ਨੂੰ ਅਨਮਿਊਟ ਕਰ ਲੈਣ ਕਿਉਂਕਿ ਉਹ ਮਿਊਟ ਹੋ ਉਹਨਾਂ ਦੀ ਵੌਇਸ, ਤੇ ਉਹ ਸਾਨੂੰ ਆਪਣੇ ਬਾਰੇ ਦੱਸਣ ਤੇ ਨਾਲੇ ਜਿਹੜੀ ਇਸ ਸਿਲੈਕਸ਼ਨ ਦਾ ਜਿਹੜਾ ਰਿਜ਼ਲਟ ਹੈ ਇਹਦੇ ਬਾਰੇ ਆਪਣੀ ਗੱਲ ਜਿਹੜੀ ਹੈਗੀ ਵਿਚਾਰ ਰੱਖਣਗੇ। ਵੀਰ ਕੁਲਵਿੰਦਰ ਸਿੰਘ ਜੀ ਆਪਣੇ ਬਾਰੇ ਪਹਿਲਾਂ ਦੱਸਣਗੇ। ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਂ ਜੌਬ ਕਰਦਾ ਜੀ, ਮੈਂ ਵੀ ਕੈਲਕਟਾ ਤੋਂ ਹੀ ਬਿਲੋਂਗ ਕਰਦਾ। ਮੈਂ ਮਨਪ੍ਰੀਤ ਜੀ ਦੇ ਨਾਲ ਉਹਨਾਂ ਦੇ ਦੋਸਤਾਂ ਵਿੱਚੋਂ ਇੱਕ ਹੈਗਾ। ਸੋ ਪਿਛੋਕੜ ਆਪਣਾ ਪੰਜਾਬ ਤੋਂ ਹੈਗਾ। ਮੈਂ ਲੁਧਿਆਣੇ ਜ਼ਿਲ੍ਹੇ ਆਪਣਾ ਜਗਰਾਉਂ ਸ਼ਹਿਰ ਦੇ ਲਾਗੇ ਆਪਣਾ ਪਿੰਡ ਹੈਗਾ ਵਾ। ਠੀਕ ਹੈ ਜੀ। ਬਾਬਾ ਆਨੰਦ ਸਿੰਘ ਜੀ ਦਾ ਸ਼ੇਰਪੁਰ ਕਲਾ, ਉੱਥੋਂ ਬਿਲੋਂਗ ਕਰਦਾ ਜੀ। ਹਾਂਜੀ। ਤੇ ਕੈਲਕਟਾ ਕਹਿ ਸਕਦੇ ਹੋ ਕਿ ਬੌਰਨ ਇਨ ਪੰਜਾਬ ਬਟ ਬੌਟਨ ਬਾਈ ਕੈਲਕਟਾ। ਸੋ ਆਪਣਾ ਜਨਮ ਬਿਸ਼ਕ ਪੰਜਾਬ ਦਾ, ਪਰ ਬਾਕੀ ਸਾਰੀ ਰਹਿائش ਪੜ੍ਹਾਈ ਲਿਖਾਈ ਸਾਰੀ ਆਪਣੀ ਕਲਕੱਤੇ ਤੋਂ ਹੀ ਹੈ। ਸੋ ਬਾਕੀ ਮੈਂ ਇੱਕ ਪ੍ਰਾਈਵੇਟ ਕੰਪਨੀ 'ਚ ਜੌਬ ਕਰਦਾ ਐਜ਼ ਅ ਸੀਨੀਅਰ ਮੈਨੇਜਰ। ਠੀਕ ਹੈ ਜੀ। ਸੋ ਬਾਕੀ ਰਹੀ ਗੱਲ ਜਿਹੜੀ ਤੁਸੀਂ ਪੁੱਛ ਰਹੇ ਸੀਗੇ ਕਿ ਕਲਕੱਤੇ ਦੀ ਇਲੈਕਸ਼ਨ ਦੇ ਬਾਰੇ, ਸੋ ਹਵਾ ਤਾਂ ਬਾਕੀ ਪਹਿਲਾਂ ਤੁਹਾਨੂੰ ਪਤਾ ਹੀ ਹੈ ਕਿ ਜਿਵੇਂ ਮੋਦੀ ਜਦੋਂ ਦਾ ਸੱਤਾ 'ਤੇ ਹੈਗਾ, ਉਹਦਾ ਪਹਿਲਾ ਕੰਮ ਰਹਿੰਦਾ ਕਿ ਮੈਨੇ ਜਿੰਨਾ ਜ਼ਿਆਦਾ ਚੀਜ਼ਾਂ ਨੂੰ ਵਾਇਰਲ ਕੀਤਾ ਜਾਵੇ, ਹਨਾ। ਬੇਸ਼ੱਕ ਦੀ ਉਹਨਾਂ ਦੀ ਪੋਜੀਸ਼ਨ ਚਾਹੇ ਹਾਰ ਵਾਲੀ ਹੋਵੇ, ਪਰ ਲੇਕਿਨ ਉਹ ਆਪਦੇ ਆਪ ਨੂੰ ਏਦਾਂ ਦਿਖਾਉਂਦੇ ਆ ਕਿ ਆਪੋਜੀਸ਼ਨ ਦੇ ਪੈਰ ਡਗਮਗਾਉਣ ਤੇ ਸਾਨੂੰ ਮੌਕਾ ਮਿਲੇ ਤੇ ਅਸੀਂ ਕੁਛ ਨਾ ਕੁਛ ਏਦਾਂ ਦਾ ਕਰੀਏ ਕਿ ਇਹਨਾਂ 'ਚ ਫੁੱਟ ਪਾ ਕੇ ਅਸੀਂ ਆਪਦੇ ਆਪ ਨੂੰ ਮੂਹਰੇ ਲੈ ਕੇ ਆਈਏ। ਲਾਈਕ ਜਿਵੇਂ ਕਈ ਕੈਂਡੀਡੇਟ ਇਹਨਾਂ ਨੇ ਖਰੀਦੇ ਆ ਵੀ, ਬਿਲਕੁਲ ਕਮ ਸੇ ਕਮ ਕਈ ਵਧੀਆ ਬੜੇ ਇਹਨਾਂ ਨੇ ਕੈਂਡੀਡੇਟ ਖਰੀਦੇ ਆ, ਪਰ ਉਸਦੇ ਬਾਵਜੂਦ ਵੀ ਰਿਜ਼ਲਟ ਤੁਹਾਡੇ ਸਾਹਮਣੇ ਆ। ਸੋ ਬੀਜੇਪੀ ਨੂੰ ਇਹ ਸਮਝਣਾ ਚਾਹੀਦਾ ਕਿ ਇੱਕ ਸਰਕਾਰ ਜਿਹੜੀ ਬਣਦੀ ਹੈ ਉਹ ਪਬਲਿਕ ਦੀ ਸਹਿਮਤੀ ਦੇ ਨਾਲ ਬਣਦੀ ਹੈ, ਨਾ ਕਿ ਕਿਸੇ ਨੂੰ ਆਪਾਂ ਧਾਰਮਿਕ ਨਾਅਰੇ ਤੇ ਪ੍ਰਚਾਰ ਕਰਕੇ ਬਣਦੀ ਹੈ, ਹਨਾ। ਬਿਲਕੁਲ ਹੁਣ ਦੀ ਪਬਲਿਕ 2021 ਦੀ ਪਬਲਿਕ ਸਮਝਦਾਰ ਹੈ, ਹਨਾ। ਉਹਨਾਂ ਨੂੰ ਇਹ ਪਤਾ ਹੈ ਕਿ ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਚਾਹੇ ਸਿੱਖ ਹੈ, ਹਨਾ। ਅਲਟੀਮੇਟਲੀ ਖਾਣੀ ਤਾਂ ਉਹਨੇ ਰੋਟੀ ਹੈ, ਉਹਨੇ ਰੋਜ਼ਗਾਰ ਕਰਨਾ ਹੈ। ਉਹ ਚਾਹੇ ਹਿੰਦੂ ਹੋਵੇ, ਚਾਹੇ ਮੁਸਲਮਾਨ ਹੋਵੇ, ਚਾਹੇ ਕੋਈ ਵੀ ਹੋਵੇ, ਸਭ ਨੇ ਹੀ ਕਰਨਾ ਹੈ, ਹਨਾ। ਪਰ ਇਹਨਾਂ ਨੇ ਬਹੁਤ ਜ਼ਿਆਦਾ ਮਤਲਬ ਧਰਮ ਨੂੰ ਲੈ ਕੇ ਪ੍ਰਚਾਰ ਕੀਤਾ ਤੇ ਧਰਮ ਦੀ ਰਾਜਨੀਤੀ ਕਦੇ ਨਹੀਂ ਕੰਮ ਆਉਂਦੀ। ਇਹ ਬੰਗਾਲ ਦੀ ਜਿਹੜੀ ਪਬਲਿਕ ਆ ਉਹਨਾਂ ਨੇ ਡਿਕਲੇਅਰ ਕਰਤਾ। ਬਿਲਕੁਲ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕਿਉਂਕਿ ਉੱਥੇ ਧਰਮ ਦੇ ਨਾਰੇ ਚਾਹੇ ਤ੍ਰਿਣਮੂਲ ਕਾਂਗਰਸ ਵੱਲੋਂ ਵੀ ਡਿਫੈਂਡ ਦੇ ਵਿੱਚ ਲਗਾਏ ਗਏ, ਕਿਉਂਕਿ ਹਰ ਕੋਈ ਬੰਦਾ ਜਦੋਂ ਇਦਾਂ ਦੀ ਗੱਲ ਹੁੰਦੀ ਹੈ ਤੇ ਉਹ ਟ੍ਰੈਪ ਦੇ ਵਿੱਚ ਆ ਜਾਂਦਾ। ਜਿੱਦਾਂ ਉਹ ਰਾਮਚੰਦਰ ਦੇ ਆ ਕੇ ਨਾ ਜੈ ਸ਼੍ਰੀ ਰਾਮ ਦੇ ਲਗਾਉਂਦੇ ਸੀ, ਤਾਂ ਉਹਨਾਂ ਨੇ ਦੁਰਗਾ ਮਾਂ ਦੇ ਨਾਂ ਦੇ
ਜਾਂ ਕਾਲੀ ਮਾਤਾ ਦੇ ਨਾਂ ਦੇ ਨਾਲ ਸ਼ੁਰੂ ਕਰ ਦਿੱਤੇ ਆਪਣੇ ਡਿਫੈਂਡਰ ਵਜੋਂ, ਕਿਉਂਕਿ ਕਾਰਨ ਇਹ ਹੈ ਕਿ ਜਦੋਂ ਕੋਈ ਗਲਤ ਕੰਮ ਕਰਦਾ ਫਿਰ ਉਹਨੂੰ ਉਹਦੀ ਬੋਲੀ 'ਚ ਉਹਦਾ ਜਵਾਬ ਦੇਣਾ। ਬਟ ਮੈਂ ਫੇਰ ਵੀ ਕਹਾਂ, ਕਿਉਂਕਿ ਦੇਖੋ ਬੰਗਾਲ ਇੱਕ ਮਾਂ ਦੀ ਧਰਤੀ ਮੰਨੀ ਜਾਂਦੀ ਹੈ, ਕਿਉਂਕਿ ਇੱਥੇ ਦੁਰਗਾ ਮਾਂ ਕਾਲੀ ਮਾਂ ਦਾ ਵਾਸ ਹੈ, ਹਨਾ। ਸੋ ਇਹ ਨਾਰੇ ਤਾਂ ਪਹਿਲਾਂ ਤੋਂ ਹੀ ਲੱਗਦੇ ਆਏ ਆ, ਹਨਾ। ਇਹ ਸਿਰਫ ਉਹਨਾਂ ਨੂੰ ਦਰਸਾਉਣ ਵਾਸਤੇ ਲਾਏ ਗਏ ਕਿ ਦੇਖੋ ਤੁਸੀਂ ਜਿਨ੍ਹਾਂ ਨੂੰ ਪੂਜ ਰਹੇ ਹੋ ਕੋਈ ਵੱਡੀ ਗੱਲ ਨਹੀਂ, ਪਰ ਜਿਨ੍ਹਾਂ ਦੇ ਨਾਲ ਤੁਸੀਂ ਜੁੜੇ ਹੋਏ ਹੋ, ਜਿਹੜਾ ਕਲਚਰ ਤੁਹਾਡਾ ਹੈ, ਤੁਸੀਂ ਉਹਨੂੰ ਵੀ ਭੁੱਲਿਓ ਨਾ। ਬਿਲਕੁਲ ਇਹਨਾਂ ਦਿਖਾ ਦਿਓ ਕਿ ਅੱਜ ਦੇ ਟਾਈਮ ਬੰਗਾਲ ਦੇ ਵਿੱਚ ਰਾਮ ਦੀ ਕਿੰਨੀ ਪੂਜਾ ਹੁੰਦੀ ਹੈ, ਮਾਂ ਦੁਰਗਾ ਕਾਲੀ ਦੀ ਪੂਜਾ ਕਿੰਨੀ ਹੁੰਦੀ ਹੈ। ਬਿਲਕੁਲ ਕਈ ਸਾਰੇ ਸ਼ਕਤੀ ਪੀਠ ਹੈਗੇ ਆ ਬੰਗਾਲ ਦੇ ਵਿੱਚ, ਹਨਾ। ਜੀ ਹਾਂਜੀ। ਕਿਤੇ ਨਾ ਕਿਤੇ ਧਰਮ, ਜਿੰਨਾ ਵੀ ਤੁਸੀਂ ਆਪਦਾ ਧਰਮ ਆਪਦੀ ਥਾਂ, ਰਾਜਨੀਤੀ ਆਪਦੀ ਥਾਂ, ਇਹਨਾਂ ਨੂੰ ਅੱਡ ਕਰਕੇ ਦੇਖਣਾ ਚਾਹੀਦਾ। ਸੋ ਪਬਲਿਕ ਨੇ ਉਹ ਦੋਨੋਂ ਚੀਜ਼ਾਂ ਦਰਸਾਤੀਆਂ ਨੇ ਕਿ ਧਰਮ ਆਪਣੀ ਥਾਂ, ਰਾਜਨੀਤੀ ਆਪਣੀ ਥਾਂ। ਸੋ ਵੋਟ ਤਾਂ ਉਹਨੂੰ ਹੀ ਪਾਵਾਂਗੇ ਜੋ ਕੰਮ ਕਰੂ, ਜਿਹਨੇ ਕੰਮ ਕੀਤਾ ਹੈ। ਹਾਂਜੀ ਹਾਂਜੀ ਬਿਲਕੁਲ, ਕਿਉਂਕਿ ਸਾਡੇ ਵਾਇਸ ਆਫ ਮਾਨਵਤਾ ਦਾ ਵੀ ਸਲੋਗਨ ਇਹੀ ਹੈ ਵੀ ਅਸੀਂ ਸਾਰੇ ਧਰਮਾਂ ਦੇ ਵਿੱਚ ਜਿਹੜੇ ਆਪਸ ਦੇ ਵਿੱਚ ਵਿਚਾਰ ਚਰਚਾਵਾਂ ਸਾਡੀਆਂ ਹੁੰਦੀਆਂ, ਸਾਡੇ ਵਿੱਚ ਮੁਸਲਮਾਨ ਵੀਰ ਵੀ ਜੁੜਦੇ ਆ, ਹਿੰਦੂ ਵੀਰ ਵੀ ਜੁੜਦੇ ਆ, ਸਾਰੇ ਜਿਹੜੇ, ਕਿਉਂਕਿ ਪਰ ਇਹ ਗੱਲ ਹੈ ਕਿ ਜਿਹੜੇ ਧਰਮ ਹੈ ਸਾਡਾ ਵਿਅਕਤੀਗਤ, ਸਾਡਾ ਇਹ ਚੀਜ਼ ਹੈਗੀ ਆ, ਧਰਮ ਨੂੰ ਜਿਹੜਾ ਪ੍ਰਗਟਾਉਣ ਦਾ ਜਿਹੜਾ ਤਰੀਕਾ ਸਾਡਾ ਵਿਅਕਤੀਗਤ ਹੋਣਾ ਚਾਹੀਦਾ, ਨਾ ਕਿ ਸਾਨੂੰ ਧਰਮ ਦੇ ਨਾਂ ਦੇ ਉੱਤੇ ਆ ਜਿੱਦਾਂ ਆਪਣੀ ਸਿਆਸਤ ਖੇਡਣੀ, ਕੋਈ ਨਾ ਕੋਈ ਆਪਣੀ ਜੌਬ ਸੁਰੱਖਿਅਤ ਕਰਨੀ। ਅਸੀਂ ਵੀ ਹੁਣ ਜੌਬਾਂ ਕਰ ਰਹੇ ਹਾਂ ਆਪਣੀ ਆਪਣੀ ਜਗ੍ਹਾ ਤੇ, ਹੁਣ ਮੈਂ ਧਾਰਮਿਕ ਲਾਈਨ ਦੇ ਨਾਲ ਸੰਬੰਧਿਤ ਹਾਂ, ਮਗਰ ਮੈਂ ਇਹ ਨਹੀਂ ਵੀ ਹਰ ਜਗ੍ਹਾ ਤੇ ਜਾ ਕੇ ਆਪਣੇ ਧਰਮ ਨੂੰ ਮੈਂ ਸ਼ੋਅ ਆਫ ਕਰੂੰਗਾ। ਜਿੱਥੇ ਜ਼ਰੂਰਤ ਆ ਉੱਥੇ ਆਪਣੀ ਜਿਹੜੀ ਗੱਲ ਆ, ਸਾਨੂੰ ਸ਼ੋਅ ਆਫ ਕਰਨ ਦੀ ਲੋੜ ਨਹੀਂ, ਉਹ ਆਪਣੇ ਆਪ ਪ੍ਰਗਟ ਹੋ ਜਾਂਦੀ ਸਾਡੇ ਗੁਣਾਂ ਤੋਂ, ਹੈ ਨਾ। ਤੇ ਮੈਂ ਇੱਕ ਨਿਊਜ਼ ਚੈਨਲ ਦੀ ਕਲਿੱਪ ਦੇਖ ਰਿਹਾ ਸੀਗਾ, ਮੈਂ ਇੱਕ ਵਾਇਰਲ ਹੋਈ ਆ, ਉਹਦੇ ਚ ਐਨਡੀਟੀਵੀ ਦੇ ਨਿਊਜ਼ ਐਡੀਟਰ ਬੋਲ ਰਹੇ ਨੇ ਕਿ 84 ਵੇਲੇ ਜਿਨ੍ਹਾਂ ਦੇ ਘਰ ਲੋਕਾਂ ਨੇ ਜਲਾਏ, ਹਨਾ, ਜਿਹੜੇ ਗੁਰਦੁਆਰੇ ਜਲਾਏ, ਅੱਜ ਉਹੀ ਆਕਸੀਜਨ ਦੀ ਸੇਵਾ ਕਰ ਰਹੇ ਨੇ, ਉਹੀ ਲੋਕਾਂ ਦੀ ਜਾਨ ਬਚਾ ਰਹੇ ਨੇ। ਸੋ ਇਹਦਾ ਮਤਲਬ ਇਹ ਨਹੀਂਗਾ ਕਿ ਧਰਮ ਦੇ ਨਾਂ ਤੇ ਕੁਝ ਹੋ ਰਿਹਾ, ਇਹ ਆਪਣਾ ਕਹਿ ਲਈਏ ਕਿ ਹਿਊਮੈਨਿਟੀ ਨੂੰ ਬਚਾਉਣ ਵਾਸਤੇ, ਹਨਾ, ਇਨਸਾਨੀਅਤ ਦੇ ਨਾਤੇ ਆਪਣਾ ਜਿਹੜਾ ਫਰਜ਼ ਬਣਦਾ ਉਹ ਆਪਾਂ ਨਿਭਾ ਰਹੇ ਆ। ਬਾਕੀ ਇਹ ਆਪਾਂ ਨੂੰ ਮਹਾਰਾਜ ਦੀ ਬਖਸ਼ਿਸ਼ ਆ, ਹਨਾ। ਆਪਣੇ ਤੇ ਬਹੁਤ ਸਾਰੇ ਹਮਲੇ ਹੋਏ ਆ, ਆਪਾਂ ਹਮੇਸ਼ਾ ਹੀ ਝੇਲੇ ਆ, ਤੇ ਆਪਾਂ ਇਨਸਾਨੀਅਤ ਦੀ ਹਮੇਸ਼ਾ ਕਰਦੇ ਰਵਾਂਗੇ, ਹਨਾ। ਹੁਣ ਜਿਵੇਂ ਬੀਜੇਪੀ ਦਾ ਅੱਜ ਦੇ ਟਾਈਮ ਸਭ ਤੋਂ ਵੱਡਾ ਏਜੰਡਾ ਕੀ ਆ, ਉਹ ਕਿਉਂਕਿ ਆਰਐਸਐਸ ਦੇ ਨਾਲ ਜੁੜੇ ਹੋਏ ਆ, ਉਹਨਾਂ ਦਾ ਪਹਿਲਾ ਮਕਸਦ ਹੈ ਕਿ ਹਿੰਦੂ ਰਾਸ਼ਟਰ ਬਣਾਇਆ ਜਾਵੇ। ਪਰ ਉਹਨਾਂ ਨੇ ਕੋਈ ਇਹ ਪੁੱਛੇ, ਜੇ ਮੁਸਲਮਾਨ ਦੀ ਤਾਦਾਦ ਜ਼ਿਆਦੇ ਆ ਤਾਂ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਕਿ ਉਹ ਮੁਸਲਿਮ ਰਾਸ਼ਟਰ ਬਣਾ ਰਹੇ ਆ, ਹਨਾ। ਪਰ ਜਿਵੇਂ ਅੱਜ ਕਹਿ ਰਹੇ ਕਿ ਬੰਗਾਲ ਨੂੰ ਬੰਗਲਾਦੇਸ਼ ਬਣਾਉਣ ਨੂੰ ਕਰਦੀ ਆ ਦੀਦੀ, ਪਰ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਬੰਗਲਾਦੇਸ਼ ਕਿੱਥੋਂ ਬਣ ਜੂ, ਇਹ ਬਹੁਭਾਸ਼ੀ ਦੇਸ਼ ਆ, ਉਹ ਸਮਾਂ ਲੰਘ ਗਿਆ। ਤੇ ਜੇ ਤੁਸੀਂ ਪੂਰੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਹਿੰਦੁਸਤਾਨ ਨੂੰ ਇੰਡੀਆ ਨਹੀਂ ਕਹਿ ਸਕਦੇ, ਤੁਹਾਨੂੰ ਕੁਝ ਹੋਰ ਨਾਂ ਦੇਣਾ ਪਏਗਾ, ਕਿਉਂਕਿ ਇੰਡੀਆ ਦਾ ਮਤਲਬ ਆ ਬਹੁਭਾਸ਼ੀ ਦੇਸ਼, ਇੱਥੇ ਹਰ ਧਰਮ ਦੇ ਲੋਕ ਰਹਿੰਦੇ ਆ। ਹਾਂਜੀ, ਕਿਉਂਕਿ ਜਦੋਂ ਇਹ ਦੇਸ਼ ਦਾ ਸੰਵਿਧਾਨ ਜਦੋਂ ਲਿਖਿਆ ਗਿਆ, ਉਹਦੇ ਵਿੱਚ ਵੀ ਉੱਥੇ ਚਾਹੇ ਗਿਣਤੀ ਇੱਕ ਧਰਮ ਦੇ ਜ਼ਿਆਦਾ ਸੀ, ਉਹਨਾਂ ਨੇ ਆਪਣੇ ਆਪ ਨੂੰ ਸ਼ੋਅ ਕੀਤਾ, ਮਗਰ ਇਹ ਬਹੁਭਾਸ਼ੀ ਦੇਸ਼ ਸੀ। ਇਹਦੇ ਕਰਕੇ ਸਿੱਖਾਂ ਦੀ ਬਹੁਤਾਤ ਗਿਣਤੀ ਨੇ ਵੀ ਜਿਹੜਾ ਹੈ ਆਪਣਾ ਵੱਖਰਾ ਦੇਸ਼ ਲੈਣ ਦੀ ਬਜਾਏ ਜਿਹੜੇ ਸਾਰਿਆਂ ਨਾਲ ਇਕੱਠਾ ਮਿਲ ਕੇ ਚੱਲਣ ਦੀ ਉਸ ਵੇਲੇ ਸਾਡੇ ਬਜ਼ੁਰਗਾਂ ਨੇ ਵੀ ਕੋਸ਼ਿਸ਼ ਕੀਤੀ। ਉਹ ਸਮੇਂ ਦੇ ਬੁੱਕਲ ਦੇ ਵਿੱਚ ਹੈ ਕਿ ਉਹ ਫੈਸਲਾ ਸਾਡਾ ਸਹੀ ਸਾਬਤ ਹੋਇਆ ਜਾਂ ਗਲਤ ਸਾਬਤ ਹੋਇਆ, ਸਾਡੇ ਨਾਲ ਕੀ ਕੀ ਧੋਖੇ ਹੋਏ ਆਪਾਂ ਜਾਣਦੇ ਹਾਂ, ਮਗਰ ਫਿਰ ਵੀ ਅਸੀਂ ਇਸ ਫੈਸਲੇ ਨੂੰ ਇਸ ਕਰਕੇ ਸਵੀਕਾਰਿਆ ਸੀ, ਇਸ ਕਰਕੇ ਨਹੀਂ ਸੀ ਸਵੀਕਾਰਿਆ ਕਿ ਇੱਕ ਹਿੰਦੂ ਡੋਮੀਨੇਟਿੰਗ ਕੰਟਰੀ ਬਣ ਜਾਵੇ। ਇਹ ਕਦੀ ਨਹੀਂ ਸੀ ਕਹਿ ਕੇ ਸਾਡੇ ਬਜ਼ੁਰਗਾਂ ਨੇ ਉਸ ਵੇਲੇ ਸੋਚ ਕਦੀ ਨਹੀਂ ਰੱਖੀ ਹੋਈ ਹੋਵੇਗੀ, ਕਿਉਂਕਿ ਉਸ ਵੇਲੇ ਸਾਡੇ ਮਨ 'ਚ ਇਹ ਸੀ ਅਸੀਂ ਸਾਰੇ ਜਾਣੇ ਇਕੱਠੇ ਰਹੀਏ, ਹਿੰਦੂ ਮੁਸਲਮ ਸਿੱਖ ਈਸਾਈ ਸਾਰੇ ਜਾਣੇ ਇਕੱਠੇ ਰਹੀਏ। ਮਗਰ ਇਹ ਜੋ ਸਰਕਾਰਾਂ ਜਿਹੜੀਆਂ ਹੈਗੀਆਂ ਜਾਂ ਅੱਜ ਦੇ ਜਿਹੜਾ ਉਹਨਾਂ ਨੇ ਆ ਕੇ ਝੂਠ ਦਾ ਇੱਕ ਮੱਕੜ ਜਾਲ ਬੰਗਾਲ ਦੇ ਵਿੱਚ ਬੁਣਿਆ ਤੇ ਉੱਥੇ ਕਿੱਦਾਂ ਦਾ ਪ੍ਰਚਾਰ ਕੀਤਾ। ਅੱਜ ਵਰਲਡ ਦਾ ਜਿਹੜਾ ਇੰਟਰਨੈਸ਼ਨਲ ਮੀਡੀਆ ਉਹ ਮੋਦੀ ਨੂੰ, ਨਰਿੰਦਰ ਮੋਦੀ ਨੂੰ ਭੰਡ ਰਿਹਾ, ਇਸ ਕਰਕੇ ਵੀ ਇਹਨਾਂ ਇਲੈਕਸ਼ਨ ਦੇ ਜਿਹੜੇ ਹੈਗੇ ਨਸ਼ੇ ਦੇ ਵਿੱਚ ਆਪਣੀ ਇੰਨੀ ਪਬਲਿਕ ਨੂੰ ਬਿਮਾਰ ਕਰ ਦਿੱਤਾ ਤੇ ਇੰਨੀ ਪਬਲਿਕ ਨੂੰ ਮਾਰ ਦਿੱਤਾ, ਆਪਣੀਆਂ ਇਹਨਾਂ ਸੋਚਾਂ ਨੂੰ ਮੁੱਖ ਰੱਖ ਕੇ ਕਿ ਮੈਂ ਜਿੱਤਾਂ ਹਰ ਜਗ੍ਹਾ ਤੇ ਮੇਰੀ ਜਿਹੜੀ ਹੈਗੀ ਹੈ ਜਿੱਤ ਹੋਵੇ। ਮੈਂ ਵੀਰ ਮਨਪ੍ਰੀਤ ਸਿੰਘ ਤੋਂ ਹੀ ਆਉਣ ਲੱਗਾ। ਤੇ ਭਾਜੀ ਹੁਣ ਤੁਸੀਂ ਅਗਲੀ ਜਿਹੜੀ ਗੱਲਬਾਤ ਹੈ ਇਹਦਾ, ਹਨਾ, ਅਸੀਂ ਇਲੈਕਸ਼ਨ ਦਾ ਜਿਹੜਾ ਕਿਸਾਨੀ ਮੋਰਚਾ ਚੱਲ ਰਿਹਾ ਇਹਦੇ ਤੇ ਵੀ ਅਸੀਂ ਗੱਲ ਕਰਨੀ, ਇਹਦੇ ਤੇ ਤੁਸੀਂ ਪ੍ਰਭਾਵ ਦੇਖ ਰਹੇ ਆ ਕਿਉਂਕਿ ਸਾਡੇ ਕਿਸਾਨ ਵੀਰਾਂ ਨੇ ਵੀ ਜਾ ਕੇ ਉੱਥੇ ਆਪਣਾ ਪ੍ਰਚਾਰ ਕੀਤਾ ਸੀ, ਇਹਦਾ ਤੁਸੀਂ ਕੁਝ ਦੇਖ ਰਹੇ ਆ ਵੀ ਇਹਦੇ ਵਿੱਚ ਵੀ ਕੋਈ ਫਰਕ ਪਏਗਾ? ਦੇਖੋ, ਇਹਨਾਂ ਦਾ ਜਿਹੜਾ ਬੰਗਾਲ ਦੇ ਵਿੱਚੋਂ ਹਾਰਨ ਦਾ ਜਿਹੜਾ ਮੇਨ ਕਾਰਨ ਸੀਗਾ ਨਾ, ਅਗਰ ਉਹਨੂੰ ਮੇਨ ਕਾਰਨ ਮੰਨਿਆ ਜਾਵੇ ਤੇ ਇਹ ਜਿਹੜਾ ਕਿਸਾਨੀ ਮੋਰਚਾ ਜਿਹੜਾ 26 ਨਵੰਬਰ ਤੋਂ ਜਿਹੜੀ ਦਿੱਲੀ ਦੀ ਗਰੋਹਾਂ ਤੇ ਬੈਠੀ ਹੈ ਜਨਤਾ, ਇਸ ਦੇਸ਼ ਦੀ ਜਿਹਨੂੰ ਆਪਾਂ ਡੈਮੋਕ੍ਰੇਸੀ ਕੰਟਰੀ ਕਹਿੰਦੇ ਆ,
ਸੋ ਉਹ ਲੋਕਾਂ ਦੀ ਚੁਣੀ ਹੋਈ ਸਰਕਾਰ ਉਹਨਾਂ ਦੀ ਜਦੋਂ ਗੱਲ ਨਹੀਂ ਸੁਣਦੀ ਤੇ ਉਹਨਾਂ ਦੇ ਨਾਲ ਇੰਨੀਆਂ ਧੱਕੇਸ਼ਾਹੀਆਂ ਕਰ ਰਹੀ ਹੈ। ਤੇ ਜਿਹੜੇ ਲੋਕ ਹੁਣ ਤੱਕ ਮਾਨਵਤਾ ਦਾ ਨਾਰਾ ਦਿੰਦੇ ਆਏ ਆ ਤੇ ਹਰ ਇਨਸਾਨ ਦੀ ਮਦਦ ਕਰਦੇ ਆਏ ਆ, ਸੋ ਉਹ ਇੱਕ ਨਿਸ਼ਾਨ ਸਾਹਿਬ ਨੂੰ ਜਿਹੜੇ ਇਹ ਜੀ ਨਿਊਜ਼ ਵਾਲਿਆਂ ਜਾਂ ਹੋਰ ਕਈ ਆਰ ਭਾਰਤ ਵਰਗੇ ਚੈਨਲਾਂ ਨੇ ਭੰਡਿਆ, ਨਿਸ਼ਾਨ ਸਾਹਿਬ ਦੇ ਝੰਡੇ ਨੂੰ ਖਾਲਿਸਤਾਨੀ ਝੰਡਾ ਦੱਸ ਕੇ ਬਦਨਾਮ ਕੀਤਾ। ਸੋ ਅੱਜ ਉਹੀ ਖਾਲਿਸਤਾਨੀ ਝੰਡੇ ਦੇ ਹੇਠ ਜਾ ਕੇ ਲੋਕਾਂ ਦੀ ਜਾਨ ਬਚ ਰਹੀ ਆ। ਉਹੀ ਖਾਲਿਸਤਾਨ ਦਾ ਜਿਹੜਾ ਝੰਡਾ ਆ ਉਹ ਲੋਕਾਂ ਦੀ ਜਾਨ ਬਚਾ ਰਿਹਾ ਤੇ ਲੋਕ ਉਹ ਝੰਡੇ ਨੂੰ ਦੇਖ ਕੇ ਨਿਸ਼ਾਨ ਸਾਹਿਬ ਦੇ ਥੱਲੇ ਪਹੁੰਚ ਰਹੇ ਕਿ ਸਾਨੂੰ ਸ਼ਾਇਦ ਇੱਥੋਂ ਆਕਸੀਜਨ ਮਿਲ ਸਕਦੀ ਆ। ਸੋ ਰਹੀ ਗੱਲ ਜਿਹੜੀ ਮੋਦੀ ਦੀ ਇਸ ਕਿਸਾਨੀ ਮੋਰਚੇ ਦੇ ਨਾਲ ਜਿਹੜੇ ਸੰਬੰਧ ਨੇ, ਸੋ ਅੱਜ ਜਿਹੜੇ ਬੰਗਾਲ ਦੇ ਰਿਜ਼ਲਟ ਨੇ, ਇਹ ਮੈਂ ਕਾਫੀ ਗਰਾਊਂਡ ਲੈਵਲ ਤੇ ਕੰਮ ਕੀਤਾ ਉਹਨਾਂ ਕਿਸਾਨਾਂ ਦੇ ਨਾਲ, ਜਿਹੜੇ ਆਪਣੇ ਉੱਥੋਂ ਲੀਡਰ ਆਏ ਸੀ ਉਹਨਾਂ ਦੇ ਨਾਲ। ਘੱਟ ਤੋਂ ਘੱਟ ਮੈਂ ਇਲੈਕਸ਼ਨ ਤੋਂ ਲੈ ਕੇ ਹੁਣ ਤੱਕ ਜਿਹੜਾ ਮੈਂ ਆਪਦਾ ਟਾਈਮ ਆ, ਮੈਂ ਆਪਦਾ ਪਰਸਨਲ ਟਾਈਮ ਜਿੰਨਾ ਵੀ ਸੀਗਾ ਮੈਂ ਇਲੈਕਸ਼ਨ ਦੇ ਵਿੱਚ ਕਿਸਾਨਾਂ ਦੇ ਨਾਲ ਹੀ ਬਤਾਇਆ ਆ। ਸੋ ਅਗਰ ਦੇਖਦੇ ਵੀ ਰਹੇ ਅਸੀਂ ਦੇਖਦੇ ਵੀ ਰਹੇ ਤੁਹਾਨੂੰ ਚੈਨਲਸ ਤੇ। ਧੰਨਵਾਦ ਵੀਰ ਜੀ। ਜੇ ਕਿਸਾਨੀ ਮੋਰਚਾ ਨਾ ਲੱਗਿਆ ਹੁੰਦਾ ਤੇ ਅੱਜ ਬੰਗਾਲ ਦੇ ਜਿਹੜੇ ਰਿਜ਼ਲਟ ਸੀ ਇਹ ਕੁਝ ਹੋਰ ਹੋਣੇ ਸੀਗੇ। ਇਹ ਗੱਲ ਮੰਨਣੀ ਪਊਗੀ, ਕਿਉਂਕਿ ਜਿਹੜੇ ਹੁਣ ਤੱਕ ਦੇ ਜਿਹੜੇ ਲੋਕਾਂ ਦੇ ਜਿਹੜੇ ਬੀਜੇਪੀ ਸਰਕਾਰ ਦੇ ਝੂਠ, ਜਿਹੜਾ ਕਿ ਇੱਥੋਂ ਦਾ ਕਹਿ ਲਓ ਮੀਡੀਆ ਉਹਦਾ ਵਿਕਿਆ ਹੋਇਆ ਸੀ, ਉਹਨਾਂ ਕਦੇ ਸਾਹਮਣੇ ਲਿਆਉਣੇ ਨਹੀਂ ਸੀਗੇ। ਇਹ ਜਦੋਂ ਦਾ ਅੰਦੋਲਨ ਸ਼ੁਰੂ ਹੋਇਆ, ਸੋ ਇਹ ਸਰਕਾਰ ਦੀਆਂ ਗਲਤੀਆਂ ਨਾਕਾਮੀਆਂ ਜਿਹੜੀਆਂ ਇਹ ਉੱਭਰ ਕੇ ਲੋਕਾਂ ਦੇ ਸਾਹਮਣੇ, ਤੇ ਇਹਨਾਂ ਦੇ ਅੰਦਰ ਦਾ ਜਿਹੜਾ ਲੋਕਾਂ ਪ੍ਰਤੀ ਜ਼ਹਿਰ ਸੀਗਾ ਉਹ ਲੋਕਾਂ ਦੇ ਸਾਹਮਣੇ ਆਉਣਾ ਸ਼ੁਰੂ ਹੋ ਗਿਆ। ਸੋ ਲੋਕਾਂ ਨੂੰ ਇਹ ਚੀਜ਼ ਨਜ਼ਰ ਆ ਗਈ ਕਿ ਜੇ ਸਰਕਾਰ ਬੰਗਾਲ ਦੇ ਵਿੱਚ ਵੀ ਬਣ ਜਾਂਦੀ ਹੈ ਤੇ ਇਹ ਪੂਰੇ ਇੰਡੀਆ ਦਾ, ਜਿਵੇਂ ਅੱਜ ਕਹਿ ਲਓ ਕਿ ਬੇੜਾ ਗਰਕ ਕਰਨ ਤੇ ਤੁੱਲੀ ਹੋਈ ਹੈ ਸਰਕਾਰ, ਸੋ ਬੰਗਾਲ ਨੂੰ ਵੀ ਉਸੇ ਰਾਹ ਤੇ ਲੈ ਜੂਗੀ। ਤੇ ਅੱਜ ਬੰਗਾਲ ਦੇ ਵਿੱਚ ਅਗਰ ਬੀਜੇਪੀ ਸਰਕਾਰ ਆ ਜਾਂਦੀ ਤੇ ਇੱਥੇ ਦੰਗੇ ਹੋਣੇ ਇੱਕ ਲਾਜ਼ਮੀ ਤੇ ਮਾਮੂਲੀ ਜੀ ਗੱਲ ਹੋ ਜਾਣੀ ਸੀ ਹੁਣ ਤੱਕ। ਸੋ ਤੁਸੀਂ ਇਹ ਦੇਖ ਲਓ ਕਿ ਇਹਨਾਂ ਨੇ ਜਿੰਨੇ ਟੀਐਮਸੀ ਦੇ ਕਰਪਟ ਲੀਡਰ ਸੀਗੇ ਉਹ ਖਰੀਦ ਲਏ। ਬਿਲਕੁਲ ਬਿਲਕੁਲ। ਇਹਨਾਂ ਜਦੋਂ ਟੀਐਮਸੀ ਦੇ ਵਿੱਚ ਸੀਗੇ ਉਹ ਇੱਕ ਕਰਪਟ ਲੀਡਰ ਸੀਗੇ, ਉਹ ਬੀਜੇਪੀ ਦੇ ਜਾਣ ਦੇ ਵਿੱਚ ਕਾਫੀ ਲੀਡਰ ਜਿਹੜੇ ਹੈਗੇ ਆ, ਕਾਫੀ ਜ਼ਿਆਦਾ ਲੀਡਰ ਮੂਵ ਕਰ ਗਏ। ਹਾਂਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕਿਉਂਕਿ ਉਹਨਾਂ ਨੇ ਕਾਫੀ ਜ਼ਿਆਦਾ ਨੁਕਸਾਨ ਲੀਡਰ ਦਾ ਕੀਤਾ ਸੀ। ਹਾਂਜੀ, ਤਾਂ ਇਹਨਾਂ ਨੇ ਮੇਨ ਨੁਕਸਾਨ ਦੇਖੋ ਖਾਦਾ। ਇੱਕ ਤਾਂ ਕਿਸਾਨੀ ਅੰਦੋਲਨ ਇਹਨਾਂ ਦੇ ਮੇਨ ਕਾਰਨ ਹੋ ਗਿਆ, ਦੂਜਾ ਇਹਨਾਂ ਦਾ ਕਾਰਨ ਹੋ ਗਿਆ ਕਿ ਇਹ ਇੱਕ ਸੱਤਾ ਦੇ ਲਾਲਚ ਵਿੱਚ ਆ ਕੇ ਇਹਨਾਂ ਨੇ ਜਿਹੜੇ ਪੁਰਾਣੇ ਇਹਨਾਂ ਦੇ ਵਰਕਰ ਸੀਗੇ ਬੀਜੇਪੀ ਦੇ ਬੰਗਾਲ ਦੇ ਵਿੱਚ, ਉਹਨਾਂ ਨੂੰ ਪੁੱਛਗਿੱਛ ਨਹੀਂ ਕਰਕੇ ਟੀਐਮਸੀ ਦੇ ਜਿਹੜੇ ਕਰਪਟ ਲੀਡਰ ਸੀ ਉਹਨਾਂ ਨੂੰ ਆਪਣੇ ਵੱਲ ਖਰੀਦਣ ਦੀ ਕੋਸ਼ਿਸ਼ ਕੀਤੀ। ਜਿਵੇਂ ਕਿ ਤੁਸੀਂ ਮਿਠਨ ਚੱਕਰਵਰਤੀ ਨੂੰ ਲਗਾ ਲਓ, ਉਸ ਦਾ ਮੁੰਡਾ ਇੱਕ ਰੇਪ ਕੇਸ ਦੇ ਵਿੱਚ ਫਸਿਆ ਹੋਇਆ, ਜਿਸ ਲਈ ਉਹਨੂੰ ਇਹ ਪਾਰਟੀ ਜੁਆਇਨ ਕਰਨੀ ਪਈ। ਸੋ ਇਹਨਾਂ ਦਾ ਮੇਨ ਕਾਰਨ ਦਾ ਹਾਰਨ ਦਾ ਕਾਰਨ ਇਹੀ ਬਣਿਆ ਕਿ ਕਿਸਾਨੀ ਜਿਹੜਾ ਮੋਰਚਾ ਸੀਗਾ, ਜਿਹੜਾ ਇਹਨਾਂ ਨੇ ਲੋਕਾਂ ਦੇ ਮੂਹਰੇ ਝੂਠ ਪਰੋਸਿਆ ਸੀਗਾ, ਇਹਨਾਂ ਦੇ ਇਹ ਖਰੀਦੇ ਹੋਏ ਦਲਾਲ ਮੀਡੀਆ ਦੇ ਰਾਹੀਂ ਉਹ ਲੋਕਾਂ ਦੇ ਸਾਹਮਣੇ ਇੱਕ ਕਲੀਅਰ ਇੱਕ ਤੇ ਸਾਫ਼ ਇੱਕ ਛਵੀ ਲੈ ਕੇ ਆ ਗਿਆ। ਸੋ ਇਹ ਬਹੁਤ ਵੱਡਾ ਕਾਰਨ ਸੀ ਇਹਨਾਂ ਦੀ ਹਾਰ ਦਾ। ਬਿਲਕੁਲ। ਬੰਗਾਲ ਦੇ ਵਿੱਚ ਨੂੰ ਹਮੇਸ਼ਾ ਹੀ ਇੱਕ ਚੀਜ਼ ਦਾ ਮਾਣ ਸੀ ਤੇ ਉਹਨਾਂ ਨੇ ਇਹ ਮਾਣ ਬਰਕਰਾਰ ਰੱਖਿਆ ਕਿ ਬੰਗਾਲ ਦੇ ਵਿੱਚ ਕਦੀ ਵੀ ਧਰਮ ਦੇ ਨਾਂ ਦੇ ਉੱਤੇ ਕਦੀ ਦੰਗਾ ਨਹੀਂ ਹੋਇਆ। ਕਿਉਂਕਿ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਦੇ ਆਏ ਕਿ ਜਦੋਂ 1984 ਦੇ ਵਿੱਚ ਸਿੱਖਾਂ ਦੇ ਉੱਤੇ ਦਮਨ ਚੱਲਿਆ ਤੇ ਇੱਕ ਜੋਤੀ ਬਾਸ਼ੂ ਉਸ ਵੇਲੇ ਸੀ, ਜਿਹਨੂੰ ਉਸ ਵੇਲੇ ਸਭ ਤੋਂ ਪਹਿਲਾਂ ਆਰਮੀ ਡਿਪਲੋਏ ਕੀਤੀ ਸੀ, ਤੇ ਬਹੁਤ ਘੱਟ ਜਿਹੜਾ ਉੱਥੇ ਸਿੱਖਾਂ ਦਾ ਹੋਇਆ। ਅਸੀਂ ਤਾਂ ਕਿਉਂਕਿ ਸਾਡੀਆਂ ਉਮਰਾਂ ਦਾ ਬਰਾਬਰ ਦੀਆਂ, ਸਾਨੂੰ ਤਾਂ ਅਸੀਂ ਤਾਂ ਉਸ ਦੌਰ ਚੋਂ ਨਹੀਂ ਨਿਕਲੇ ਜਾਂ ਬਚਪਨ ਚ ਹੋਵਾਂਗੇ, ਮਗਰ ਜਿਹੜੇ ਸਾਡੇ ਸਿਆਣੇ ਬੰਦੇ ਉਹ ਕਹਿੰਦੇ ਸਭ ਤੋਂ ਪਹਿਲਾਂ ਜੋਤੀ ਬਾਸ਼ੂ ਜਿਹੜਾ ਸੀਗਾ ਨਾ, ਉਸਨੇ ਉਹਦੀ ਸਿਫਤ ਕਰਨੀ ਅੱਜ ਵੀ ਬਣਦੀ, ਚਾਹੇ ਉਹ ਸੰਸਾਰ ਦੇ ਵਿੱਚ ਅੱਜ ਨਹੀਂ ਹੈ, ਮਗਰ ਉਹਨੇ ਬੰਗਾਲ ਦਾ ਇੱਕ ਮੈਸੇਜ ਦੁਨੀਆ ਚ ਕਨਵੇ ਕਰਾਇਆ ਸੀ ਤੇ ਉਹਨਾਂ ਸਿੱਖਾਂ ਦਾ ਉਸ ਵੇਲੇ ਬਹੁਤ ਵੱਡਾ ਨੁਕਸਾਨ ਨਹੀਂ ਸੀ ਹੋਣ ਦਿੱਤਾ। ਸਭ ਤੋਂ ਪਹਿਲਾਂ ਜੋਤੀ ਬਾਸ਼ੂ ਦਾ ਨਾਂ ਆਉਂਦਾ ਤੇ ਉਧਰੋਂ ਜਿਹੜਾ ਹੈਗਾ ਸਾਊਥ ਵਾਲੇ ਲੋਕਾਂ ਦਾ ਵੀ ਇਹਦੇ ਵਿੱਚ ਨਾਂ ਆਉਂਦਾ। ਕਿਉਂਕਿ ਮੈਂ ਇਹਦੇ ਨਾਲ ਦੱਸ ਦਵਾਂ ਕਿ ਜੇ ਤਾਮਿਲਨਾਡੂ ਆ ਉਹਦੇ ਵਿੱਚ ਵੀ ਬੀਜੇਪੀ ਦੇ ਨਾਲ ਸਪੋਰਟਿੰਗ AIDMK ਜਿਹੜੀ ਹੈਗੀ ਆ ਉਹ ਵੀ ਹਾਰ ਗਈ ਆ ਤੇ ਬੀਜੇਪੀ ਵੀ ਉੱਥੋਂ ਹਾਰ ਗਈ ਆ। ਤੇ ਕੇਰਲਾ ਦੇ ਵਿੱਚ ਇਹਨਾਂ ਨੂੰ ਅੰਡਾ ਮਿਲਿਆ, ਪੰਜਾਬੀ ਚ ਕਹਿ ਸਕਦੇ ਜ਼ੀਰੋ ਸੀਟ। ਪਿਛਲੀ ਵਾਰੀ ਇੱਕ ਸੀ, ਐਤਕੀ ਜਿੱਦਾਂ ਉਹ ਸਾਡੇ ਜਦੋਂ ਫੇਲ ਹੋ ਜਾਂਦਾ ਤੇ ਉਹ ਸਾਊਥ ਨੂੰ ਜ਼ੀਰੋ ਮਿਲਦਾ ਤੇ ਉਹਨੂੰ ਅੰਡਾ ਕਹਿ ਦਿੰਦੇ ਆ, ਤੇ ਉੱਥੇ ਇਹਨਾਂ ਨੂੰ ਅੰਡਾ ਮਿਲਿਆ ਹੈਗਾ। ਤੇ ਉਹ ਕੇਰਲਾ ਚ ਇਹਨਾਂ ਦਾ ਅੰਡਾ ਹੀ ਰਹਿਣਾ, ਕਿਉਂਕਿ ਕੇਰਲਾ ਜਿਹੜਾ ਸਭ ਤੋਂ ਜ਼ਿਆਦਾ ਪੜ੍ਹਿਆ ਲਿਖਿਆ ਰਾਜ ਇੰਡੀਆ ਦਾ ਹੈਗਾ, ਤੇ ਪੜ੍ਹੀ ਲਿਖੀ ਜਗ੍ਹਾ ਜਿੱਥੇ ਪੜ੍ਹਾਈ ਲਿਖਾਈ ਹੋਏਗੀ ਨਾ ਉੱਥੇ ਬੀਜੇਪੀ ਮੈਨੂੰ ਨਹੀਂ ਲੱਗਦਾ ਵੀ ਆਪਣਾ ਕਦੀ ਖਾਤਾ ਖੋਲ ਸਕੂਗੀ। ਕਿਉਂਕਿ ਪੰਜਾਬ ਦੇ ਵਿੱਚ ਵੀ ਜੀ ਅੱਜ ਇਹ ਹਾਲ ਹੈਗਾ, ਉਹ ਤਾਂ ਅਕਾਲੀਆਂ ਦੀ ਬੇਵਕੂਫੀ ਕਾਰਨ ਇਹ ਉੱਥੇ ਜਾ ਕੇ ਸੱਤਾ ਮੰਨਦੇ ਰਹੇ, ਇਹਨਾਂ ਦਾ ਕੋਈ 10,000 ਵੋਟ ਨਹੀਂ ਸੀ ਪਾਉਂਦਾ। ਇਹ ਕਿਉਂਕਿ ਅਕਾਲੀਆਂ ਕਰਕੇ ਇਹਨੇ ਉੱਥੇ ਅੱਗੇ ਵੱਧਦੇ ਰਹੇ। ਐਤਕੀ ਪੰਜਾਬ ਦੇ ਵਿੱਚ ਵੀ ਪੱਕਾ ਪਿਛਲੀ ਵਾਰੀ ਇਹਨਾਂ ਦਾ ਅੰਡਾ ਆਉਣਾ ਸੀ, ਐਤਕੀ ਪੱਕਾ ਇਹਨਾਂ ਦਾ ਅੰਡਾ ਆਊਗਾ ਜਦੋਂ
7-8 ਮਹੀਨੇ ਬਾਅਦ ਉਹ ਇਲੈਕਸ਼ਨ ਹੋਊਗੀ, ਕਿਉਂਕਿ ਸਾਡੇ ਲੋਕ ਕਦੀ ਵੀ ਵਿਪਰ ਵਾਲੀ ਸੋਚ ਨੂੰ ਜਾਂ ਐਦਾਂ ਦੀ ਸੋਚ ਜਿਹੜੀ ਧਾਰਮਿਕ ਰੰਗਣ ਵਾਲੀ ਸੋਚ ਹੈ ਸਾਡੇ ਲੋਕ ਪ੍ਰਵਾਨ ਨਹੀਂ ਕਰਦੇ। ਕਿਉਂਕਿ ਧਰਮ ਦੇ ਨਾਂ ਦੇ ਉੱਤੇ ਆਪਣੀਆਂ ਵੋਟਾਂ ਮਾਨਣੀਆਂ ਜਿਹੜੀਆਂ ਹੈਗੀਆਂ ਸਾਡੇ ਲੋਕਾਂ ਨੂੰ ਕਦੀ ਵੀ ਮਨਜ਼ੂਰ ਨਹੀਂ ਹੁੰਦੀਆਂ। ਪੜ੍ਹਿਆ ਲਿਖਿਆ ਸਮਾਜ ਇਹ ਚੀਜ਼ਾਂ ਸਾਡੀਆਂ ਸਾਨੂੰ ਸਿਖਾਉਂਦਾ। जगदीश जी, क्योंकि एक बात है कि बंगाल में इनकी हार नहीं हुई है, तमिलनाडु में भी हुई है और इसके साथ में केरला में तो इनका 0 आया है। क्योंकि ये बात है पढ़ाई लिखाई की। मेरे को एक अरुण शौरी जो इनका मिनिस्टर आया पहले बीजेपी का, उसके बाद में वो इनसे निकल गया था, उसने कहा था कि बीजेपी की जो ताकत है ना, जो आरएसएस की ताकत है, वो है इनके अनपढ़ केडर जो इनके साथ में जुड़ा हुआ है, उसकी वजह से जीते हैं। और केरला में जो है वो बिल्कुल इनको 0 मिला है और डीएमके के साथ में वहां पर शायद 1 के 2 सीटें मिली हैं इनको। आप इनके बारे में क्या कहना चाहते हैं कि वहां पर भी इनकी हार हुई है? देखिए, भारत देश के अंदर में आपको मैं बताना चाहूंगा कि 82 में इनके 2 सांसद थे, अटल बिहारी वाजपेयी और लाल कृष्ण आडवाणी। ठीक है। इन लोगों ने धीरे धीरे देश के अंदर में अपना नेटवर्क बढ़ाया और ये हिंदू राष्ट्र बनाने की दिशा में ये बार बार कहते हैं कि जितने भी राज्य है वहां पे हम अपनी सरकार बना लेंगे और बनाने के बाद में हम इस देश को फिर से अपनी जो सोच रखते हैं, ये मनुवाद की सोच रखते हैं और जातिवाद की नफरत की बात करते हैं। तो ये इस बात को भारत देश की जनता बखूबी जान गई है, समझ गई है। और जैसा कि आपने कहा कि केरल एक ऐसा राज्य है जो भारत देश के अंदर में सबसे ज्यादा एजुकेटेड और पढ़े लिखे लोग हैं। और आज की परिस्थितियों में जो भारतीय जनता पार्टी का जो मदर संगठन है आरएसएस, और ये किस ढंग से भारत के मूल निवासियों को, अनुसूचित जाति जनजातियों को, मुसलमानों को, सिखों को आपस में लड़ाने की, नफरत की बातें जो कर करके देश के अंदर में अपने ही ये जड़ें खोद डाले हैं। बिल्कुल। क्योंकि एक तरफ इनकी कथनी है कि भाई हम सुशासन, स्वच्छ शासन, अच्छे दिन और ना जाने क्या क्या ये स्लोगन लाते हैं, लेकिन वैसे जैसे ये कहते हैं वैसे करके इनकी कथनी और करनी में बहुत फर्क है। देश की जो जनता है, आज किसान आप देख रहे होंगे 5-6 महीने से लगातार सड़कों पे है। और जब इन लोगों ने कोरोना काल में ये कृषि नीति को लेकर के जब आए, तो ना तो देश के किसानों को पूछा, ना ही अन्य राजनीतिक दलों के लोगों से समन्वय बैठाया, गुपचुप ढंग से इस नीति को लेकर के ले आए। और ये 2 व्यापारी हैं, इनकी नजरें सबसे ज्यादा किसानों के इस धंधे पे है, क्योंकि वो जानते हैं कि हम अगर किसानों के इस धंधे को अपने कब्जे में ले लें तो हम तीनों दिन हर चीज में तरक्की कर सकते हैं। क्योंकि हर इंसान को सुबह से लेकर शाम तक किसानों की जो दिनचर्या है, जो पेट भरने का जो साधन है, वो किसान उगाता है। और उसको ये कॉर्पोरेट जगत को देख करके उनसे ये किसानों के हक अधिकार छीनना चाह रहे हैं। इस बात को लेकर जो हरियाणा और पंजाब के किसान, जो जागरूक किसान है, जो इनकी नीति को, इनकी गंदी नीति को बहुत जल्दी समझ गए, पढ़ गए, समझ गए, और उसके बाद में ले करके इस बात को लेकर के उन्होंने सड़कों में आया। लेकिन हम ये कहना चाहते हैं कि इस लोकतंत्र में जिसकी ये लगातार हत्या करने जा रहे हैं, अगर हम इसको कहें तो, क्योंकि जनता के लिए, जनता से चुना गया सरकार में जनता सर्वोपरि है, ना राष्ट्रपति सर्वोपरि है, न प्रधानमंत्री सर्वोपरि है। अगर पूरे भारत की जनता अगर ये कह रही कि भाई हमको ये चीज नहीं चाहिए, तो उनको मानना चाहिए। लेकिन पूरे भारत देश की जो किसान हैं, उन लोगों ने जो अभी ये जो मैंडेट मिला है इनको, इस मैंडेट से इनको सबक सीख जाना चाहिए और अपने आप में सुधार लानी चाहिए। क्योंकि जनता से ये बड़े तो है नहीं। जी कहीं ऐसा ना हो कि देश के अंदर में, पूरे देश के अंदर में आने वाला समय में कहीं ऐसा ना हो कि उनके सुपड़ा साफ हो जाए। लेकिन ममता बनर्जी के लिए मैं एक चीज और सोचता हूं कि अगर वो जितने भी राजनीतिक दल हैं, अगर वो ईवीएम को हटा करके अगर बैलेट पेपर से चुनाव मैं वही बात करने वाला, तो परिदृश्य आज कुछ और देखने को मिलता। ये परिदृश्य और देखने को मिलता। लेकिन आप देखते होंगे कि आखिरी समय तक
ममता बनर्जी को नंदीग्राम से जीतने की मीडिया में खबरें आती रही, लास्ट में जीत गई करके भी बात आ गई, लेकिन अंततः शाम को उन्हें 1700 या कितने वोट से जीतने का डिक्लेयर कर दिया गया। तो कहीं ना कहीं अपनी नाक बचाने के लिए उस जगह को इन लोगों ने अपना जो भी किया होगा, लेकिन ये देश की जनता बखूबी समझ रही है इनकी करतूतों को लेकर, और भारत देश की जनता जिस ढंग से हम जो बिल्कुल, क्योंकि बात ऐसे है कि बात हम विचारधारा की करते हैं, किसी पर्सनल लीडर की नहीं करते। जब भी कब करते हैं, उनकी पार्टी जीती है, पार्टी जीतने का मतलब है कि उनका लीडर भी जीत गया, और ये बातें जो है वो हमेशा ही रखिए, क्योंकि ये बात नहीं है कि वहां पर बाप है, बाप का आगे बेटा बनेगा, बेटे का आगे और बेटा बनेगा, ऐसा नहीं है। पंजाब में जैसे होता है, प्रकाश में बादल बन गया, उसके बाद उसका लड़का बन गया, चाहे उसमें गुण है या नहीं है, मगर वहां पर ममता बनर्जी की अपनी फैमिली में वो फैमिलीवाद को उसने नहीं बढ़ाया है, परिवारवाद को नहीं बढ़ाया है, इसलिए जो ऐसी सोच को लेकर पार्टियां चलती है वो हमेशा तरक्की करती हैं, जो भाई भतीजावाद से दूर रहती हैं। उनके पास और अच्छे लीडर होंगे, क्योंकि मैं पार्लियामेंट में भी एक महुआ मोहित्रा है, उसको सुना है मैंने, बहुत अच्छी लीडर है। ऐसे और भी लोग उनके पास में होंगे। यदि 200-250 बंदा उनका जीता है तो वो उनके बीच में से भी चीफ मिनिस्टर बना ही सकते हैं, मगर वो ममता को भी प्रेफर कर सकते हैं, क्योंकि ये बात है कि 6 महीने का टाइम होता है, कोई जो है एक एमएलए अपनी सीट छोड़ के उनको फिर दोबारा जो है वो भेज सकता है। मनप्रीत भाजी, ਤੁਹਾਡੇ ਆਉਣ ਤੋਂ ਪਹਿਲਾਂ ਮੈਂ ਨਾ ਸਾਡੇ ਨਾਲ ਸੰਤੋਸ਼ ਸਾਹੂ ਜੀ, ਤੁਸੀਂ ਆਪਣਾ ਕੈਮਰਾ ऑन करो जी। संतोष साहू जी अपना कैमरा ऑन संदीप कीजिए। जी, मेरे यहाँ बहुत खराब है, मौसम खराब है, मेरा नेटवर्क कभी भी आ रहा है जा रहा है। हाँ जी, और हाँ, यहाँ हम बिजली भी समझ रहे हैं हम, क्या नहीं, क्योंकि ये चीजें तो इंडिया में कॉमन है जी, है ना। और संतोष साहू जी हमारे साथ जुड़े हैं। संतोष साहू जी अपना वक्तव्य रखिए, क्योंकि जो मनुवाद की जो स्पॉन्सर पार्टी जो बीजेपी है उसकी हार हुई है बंगाल इलेक्शन में, वहां पर तमिलनाडु में भी जो है डीएमके जीती है जो उसके अगेंस्ट थे, केरला में तो इनको 0 मिला है। आप अपनी बातें इनके प्रथाएं में अपना रखना चाहेंगे, विचार तो हमारे साथ रखिए। संतोष साहू जी। आप सबको वाहेगुरु जी का खालसा, वाहेगुरु जी की फतेह, जय भीम, नमो बुद्धाय। बहुत जबरदस्त डिबेट है आपका जो सब्जेक्ट है। अभी भारत के अंदर 4 राज्य और 1 केंद्र शासित प्रदेश में चुनाव हुए, और उसमें असम को छोड़ दें तो बाकी जगह जो बीजेपी हद दर्जे से अपना परिश्रम किए, कोशिश किए, राष्ट्रीय लीडर लगे हुए थे, इसके बाद भी राज्यों में उन्हें कोई सफलता नहीं मिली। जनता, भारत के जागरूक समझदार जो जनता है वो उनको पूरी तरीके से नकार दिए। इससे एक बात साबित हो गया भारत में कि भारत के लोग भाईचारा चाहते हैं, आपस में खुशी और प्रेम चाहते हैं, और जाति और धर्म के नाम पे बहुत हो गया भारत में राजनीति। जाति और धर्म के नाम पे भारत का जो बर्बादी होना था वो हो चुका है। अब भारत की जनता को समझ आ रहा है कि हम इस देश में हमको आपस में मिलजुल के रहना है। जी। और एक बात का भी पर्दाफाश हो चुका है कि भारत में जो शेड्यूल कास्ट हैं, वर्तमान संवैधानिक शब्द है, शेड्यूल ट्राइब है, ओबीसी हैं, और इसी से समय समय पे धर्म परिवर्तित मुस्लिम, सिख, ईसाई, बौद्ध, जैन, और ये भारत के सब एक वंश के लोग हैं जो डीएनए से प्रमाणित हो चुका है। और भारत बहुत तेजी से ये जानकारी फैल रहा है कि भारत के इतिहास के आधार पे, भाषा शास्त्र के आधार पे, पुरातत्व जो खुदाई हो रहे हैं जमीन के नीचे उसके आधार पे, और आखिरी जो सबूत आना था अत्याधुनिक विज्ञान का जो विकास हुआ उससे जो डीऑक्सी न्यूक्लिक एसिड डीएनए के आधार पे जो प्रूफ आया है, तो हम इस देश के शेड्यूल कास्ट, शेड्यूल ट्राइब, ओबीसी और इनसे समय समय पे धर्म परिवर्तित एक वंश के लोग हैं। भले हमें जातियों में बांट दिया गया, धर्मों में बांट दिया गया, तरह तरह की नाइंसाफी हुई, लेकिन मूलतः हम एक वंश के लोग हैं। और ये विचारधारा अब देश के अंदर बहुत तेजी से फैल रहा है, और हम आशा करते हैं
कि आप सब जैसे विद्वान लोग जो समय समय पे इतना खास विषय के ऊपर जो डिबेट कर रहे हैं, देश और दुनिया के लोग इसको सुन रहे हैं, देख रहे हैं, तो ये बहुत बड़ा काम है जो समाज को जगाने में काम आ रहा है। जी धन्यवाद। संतोष साहू जी, मैं बता दूं कि साहिब श्री गुरु गोबिंद सिंह महाराज ने जब खालसा साजा, खालसे की सिर्जना की, तो उसमें एक बात जो है वो स्पष्ट कर दी थी साहिब श्री गुरु गोबिंद सिंह महाराज ने कि जिनको जात के नाम पर बांटा जाता था, पीछे को धकेला जाता, मैं उनको सरदार बनाऊंगा। जी जी है, और उनको ही सरदार बनाया। और वो लोग जिनके हाथ का कोई पानी नहीं पीता था, जिनको समाज में अलग रखा जाता था, उनको उन्होंने सरदार बनाया, उनको शस्त्रधारी बनाया, उसको बाणी पढ़ने वाला बनाया। क्योंकि जो मनु का जो विधान था वो उसको ना शास्त्र उठाने देता था और ना शास्त्र को पढ़ने देता था, कुछ भी नहीं करने देता। और साहिब श्री गुरु गोबिंद सिंह महाराज ने कृपा की आनंदपुर साहब की धरती पर, और सच्चे पातशाह ने जो है सभी को इकट्ठा कर दिया, सभी को इकट्ठा बनाया, शिकाया, और सभी को जो है इनके साथ में लेके करके आए। और बिल्कुल आपकी बात जो है बिल्कुल एग्जैक्ट है, ठीक है कि हमारा जो आपस में संबंध है, खून का संबंध जो है वो हमेशा ही बना रहा है और बना रहेगा, क्योंकि ये चीजें है वो शरीर में से खत्म नहीं, क्योंकि सोच तो एक है। चाहे आज हमको बांटने की कोशिश की जाती है, मगर फिर हम किसी न किसी जरिए से जुड़ते हैं। वीर मनप्रीत सिंह हमारे साथ है, ये बंगाल से, कलकत्ता से है, और पाजी कुलविंदर सिंह जी हमारे साथ आज पहली बार जुड़े हैं, क्योंकि हम इन बातों को समझते हैं। क्योंकि वाणी में एक चीज कही गई है, जात का गर्व ना करियो कोई, ब्रह्म बिनते सब उत्पत्ति हुई। तो कहने का मतलब है कि परमात्मा ने हम सबको पैदा किया है, उस ज्ञान से, उस लॉ से हम सभी आए हैं, और इसलिए जात का अभिमान करना जो है वो अच्छी बात नहीं है, उसको प्रवान ही नहीं किया जाता। और हमारे देश में ऐसी बातें जो कभी भी प्रवान नहीं की जा सकती, चाहे, क्योंकि बात जहां पर जात बरादरी की नहीं है, वो पूंजीपति समाज को आगे बढ़ाना चाहती है। जो आरएस की जो स्पॉन्सर्ड बीजेपी है, वो किसी ना किसी तरीके से, क्योंकि देख लीजिए जितने इनके बड़े बड़े बिजनेसमैन है, सबको इसने भगा दिया, देश से व्यापार करके सबको भगा दिया। हिंदू का भी इन्होंने भला नहीं किया। यदि ये सोचे ना कि हम हिंदू का भला करें, किसी हिंदू का भला नहीं हुआ। आज ऑक्सीजन के सिलेंडर कौन बांट रहा है? आज जाकर के जब इनके बाढ़ आती है, जब कोई सैलाब आता है, खालसा एड जाके मदद करता है। वो ये नहीं देखते कि हम हिंदू की मदद करने जा रहे हैं, कुछ भी ऐसा नहीं होता। कहने का मतलब ये है कि एक सोच को लेकर के चलना बहुत जरूरी है। मैं वीर मनप्रीत सिंह जी दे कोल आउणा, तुसीं अपने इस प्रथाए ਜਿਹੜੇ ਹੈਗੇ ਵਿਚਾਰ ਰੱਖੋ। देखो जी, पहला तो मैं ये कहना चाहना कि ਜਿਹੜੀ NIA ਹੈਗੀ ਆ ਇੰਡੀਆ ਦੀ, ਕੀ ਗੱਲ ਉਹ ਹੁਣ ਕਿਉਂ ਨਹੀਂ ਕੁਐਸਚਨ ਕਰ ਰਹੀ ਕਿ ਇਹ ਸਰਦਾਰ ਜਾਂ ਇਹ ਸਿੱਖ ਜਿਹੜੇ ਵੀਰ ਨੇ, ਇਹ ਪੈਸਾ ਕਿੱਥੋਂ ਲਿਆ ਰਹੇ ਆ ਤੇ ਆਕਸੀਜਨ ਕਿੱਥੋਂ ਲਿਆ ਕੇ ਵੰਡ ਰਹੇ ਨੇ। ਸੋ ਜਿਹੜੇ ਕਰੋਨਾ ਕਾਲ ਦੇ ਵਿੱਚ ਲੰਗਰ ਲਗਾ ਰਹੇ ਨੇ, ਜਾਂ ਜਦੋਂ ਕਿਤੇ ਬਾੜ ਆਉਂਦੀ ਆ ਜਾਂ ਦੇਸ਼ ਤੇ ਕੋਈ ਮੁਸੀਬਤ ਆਉਂਦੀ ਆ, ਹਰ ਟਾਈਮ ਇਹ ਅੱਗੇ ਆਉਂਦੇ ਨੇ। ਸੋ ਇਹ ਖਾਲਿਸਤਾਨੀਆਂ ਨੂੰ, ਹੁਣ ਇਹ ਜਿਨ੍ਹਾਂ ਨੂੰ ਇਹ ਖਾਲਿਸਤਾਨੀ ਦੱਸਦੇ ਨੇ, ਮੈਂ ਆਪਣੇ ਆਪ ਤੇ ਗਰਵ ਮਹਿਸੂਸ ਕਰਦਾ ਕਿ ਮੈਂ ਆਤੰਕਵਾਦੀ ਹਾਂ, ਪਰ ਮੈਂ ਉਹ ਆਤੰਕਵਾਦੀ ਹਾਂ ਕਿ ਜਿਹੜਾ ਮੈਂ ਇਨਸਾਨੀਅਤ ਦੀ, ਲੋਕਾਂ ਦਾ ਭਲਾ ਕਰਨ ਦੇ ਵਿੱਚ, ਜੇ ਸਾਨੂੰ ਕਿਤੇ ਇੱਕ ਸਕਿੰਟ ਵੀ ਮਿਲਦਾ ਤੇ ਅਸੀਂ ਉਹ ਸਮਾਂ ਨਹੀਂ ਗਵਾਉਣਾ ਚਾਹੁੰਦੇ। ਅਸੀਂ ਇਨਸਾਨੀਅਤ ਦਾ ਭਲਾ ਕਰਨਾ ਪਸੰਦ ਕਰਦੇ ਹਾਂ। ਸੋ ਅਸੀਂ ਉਹ ਖਾਲਿਸਤਾਨੀ ਆ ਕਿ ਜਿਹੜੇ ਇਹ ਦੇਸ਼ ਨੂੰ ਅੱਗੇ ਲੈ ਜਾਣਾ ਚਾਹੁੰਦੇ ਆ। ਸੋ ਇੱਕ ਤਰਫ ਇਹ ਧਰਮ ਦੇ ਠੇਕੇਦਾਰ ਨੇ ਜਿਹੜੇ ਦੇਸ਼ ਨੂੰ ਹਰ ਪੈਰ ਤੇ ਤੋੜਨਾ ਚਾਹੁੰਦੇ ਆ, ਆਪਸ ਵਿੱਚ ਲੋਕਾਂ ਦਾ ਜਿਹੜਾ ਭਾਈਚਾਰਾ ਆ ਉਹ ਖਤਮ ਕਰਨਾ ਚਾਹੁੰਦੇ ਆ। ਸੋ ਲੋਕਾਂ ਨੂੰ ਮਰਵਾਉਣਾ ਚਾਹੁੰਦੇ ਆ ਇੱਕ ਦੂਜੇ ਨਾਲ ਲੜਾ ਕੇ। ਔਰ ਇੱਕ ਤਰਫ ਇਹ ਖਾਲਿਸਤਾਨੀ ਲੋਕ ਨੇ ਜਿਹੜੇ ਦੇਸ਼ ਦੀ ਨੂੰ ਤਰੱਕੀ ਦੀ ਰਾਹ ਤੇ ਲੈ ਜਾਣਾ ਚਾਹੁੰਦੇ ਆ। ਔਰ ਇੱਕ ਗੱਲ ਮੈਂ ਹੋਰ ਕਰਨੀ ਸੀ, ਜਿਹੜੀ ਇਹ ਸਭ ਤੋਂ ਵੱਡਾ ਜਿਹੜਾ ਬੀਜੇਪੀ ਇਲੈਕਸ਼ਨ ਜਿੱਤ ਰਹੀ ਹੈ, ਇਹਦਾ ਵੱਡਾ ਕਾਰਨ ਹੁੰਦਾ ਆ EVM। ਸੋ ਅਸਮ ਦੇ ਵਿੱਚ ਤੁਸੀਂ ਦੇਖ ਲਓ ਕਿ ਬੀਜੇਪੀ ਦੇ ਜਿਹੜੇ ਵਿਧਾਇਕ ਆ, ਉਹਨਾਂ ਦੀ ਗੱਡੀ ਦੇ ਵਿੱਚੋਂ EVM ਮਸ਼ੀਨਾਂ ਨਿਕਲੀਆਂ। ਰਸਤੇ ਵਿੱਚ ਗੱਡੀ ਖਰਾਬ ਹੁੰਦੀ ਆ ਤੇ ਕਹਿ ਲਓ ਕਿ ਉਹ ਇਹਨੂੰ ਇਨਸੀਡੈਂਟ ਕਹਿੰਦੇ ਆ ਕਿ ਅਚਾਨਕ ਉੱਥੇ ਬੀਜੇਪੀ ਵਿਧਾਇਕ ਦੀ ਗੱਡੀ ਆਉਂਦੀ ਆ। ਸੋ ਉਹ EVM ਮਸ਼ੀਨ ਨੂੰ ਲੈ ਕੇ ਜਾਂਦੀ ਆ ਉੱਥੋਂ। ਔਰ ਸੈਕਿੰਡ, ਉੱਥੋਂ ਦੇ ਇੱਕ ਬੂਥ ਦੇ ਵਿੱਚ ਓਨਲੀ 90 ਵੋਟਸ ਸੀਗੀਆਂ, 90 ਵੋਟਾਂ ਸੀਗੀਆਂ, ਜਿੱਥੇ EVM ਨੇ 170 ਵੋਟਾਂ ਕਾਊਂਟ ਕਰ ਦਿੱਤੀਆਂ।
ਜਿਹਦੇ ਤਹਿਤ ਉੱਥੋਂ ਦੇ 5 ਜਿਹੜੇ ਪੋਲਿੰਗ ਆਫੀਸਰ ਸੀਗੇ ਉਹਨਾਂ ਨੂੰ ਸਸਪੈਂਡ ਵੀ ਕੀਤਾ ਗਿਆ। ਸੋ ਪਹਿਲਾਂ ਤੇ ਈਵੀਐਮ ਖਤਮ ਹੋਣੀ ਚਾਹੀਦੀ ਆ, ਕਿਉਂਕਿ ਇਹਨਾਂ ਦਾ ਸਭ ਤੋਂ ਵੱਡਾ ਜਿਹੜਾ ਸਰਕਾਰ ਬਣਾਉਣ ਦਾ ਧੰਦਾ ਇਹ ਇੱਕ ਈਵੀਐਮ ਆ। ਇਹਨਾਂ ਨੂੰ ਲੋਕਾਂ ਦੀ ਜ਼ਰੂਰਤ ਨਹੀਂਗੀ, ਇਸ ਲਈ ਇਹ ਲੋਕਾਂ ਦੇ ਇੱਥੋਂ ਦੀ ਜਿਹੜੀ ਪਬਲਿਕ ਆ ਉਹਨਾਂ ਦੀ ਗੱਲ ਸੁਣਨਾ ਪਸੰਦ ਨਹੀਂ ਕਰਦੇ। ਸੋ ਉਹਨਾਂ ਦੀਆਂ ਜਿਹੜੀਆਂ ਪ੍ਰੋਬਲਮਾਂ ਉਹਨਾਂ ਨੂੰ ਇਹ ਕਲੀਅਰ ਕਰਨਾ ਨਹੀਂ ਚਾਹੁੰਦੇ, ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਅਸੀਂ ਈਵੀਐਮ ਦੇ ਆਧਾਰ ਤੇ ਜਿੱਤਣਾ, ਅਸੀਂ ਲੋਕਾਂ ਦੀਆਂ ਵੋਟਾਂ ਦੇ ਆਧਾਰ ਤੇ ਨਹੀਂ ਜਿੱਤਣਾ। ਬਿਲਕੁਲ ਨਹੀਂ। ਸੋ ਲੋਕ ਬਹੁਤ ਹੀ ਸਮਝਦਾਰ ਨੇ ਅੱਜ ਦੀ ਡੇਟ 'ਚ। ਲੋਕ ਸਿਰਫ ਇੱਕ ਹੀ ਚੀਜ਼ ਜਾਣਦੇ ਆ, ਜਿਵੇਂ ਕਹਿ ਲਓ ਕੋਈ ਪਿਕਚਰ ਸਿਰਫ ਐਂਟਰਟੇਨਮੈਂਟ ਤੇ ਟਿਕੀ ਹੁੰਦੀ, ਐਂਟਰਟੇਨਮੈਂਟ। ਉਵੇਂ ਹੀ ਇੱਥੋਂ ਦੀ ਜਿਹੜੀ ਸੱਤਾ ਆ ਉਹ ਵਿਕਾਸ ਦੇ ਉੱਤੇ ਟਿਕੀ ਹੋਈ ਆ। ਜਿਹੜੀ ਸਰਕਾਰ ਲੋਕਾਂ ਨੂੰ ਵਿਕਾਸ ਦੇ ਰਾਹ ਤੇ ਲੈ ਕੇ ਜਾਊਗੀ, ਰੁਜ਼ਗਾਰ ਦਊਗੀ, ਉਹੀ ਸਰਕਾਰ ਦੇ ਵਿੱਚ ਆਉਣਗੇ। ਸੋ ਉਹ ਸਮਾਂ ਬਹੁਤ ਪਿੱਛੇ ਜਾ ਚੁੱਕਿਆ ਕਿ ਜਦੋਂ ਧਰਮ ਦੇ ਨਾਂ ਤੇ ਲੋਕਾਂ ਨੂੰ ਵੰਡਿਆ ਜਾਂਦਾ ਸੀਗਾ, ਉਹ ਸਮਾਂ ਲੰਘ ਚੁੱਕਿਆ ਹੁਣ। ਬਿਲਕੁਲ, ਉਹ ਅਸੀਂ ਵੀ ਕਾਮਨਾ ਕਰਦੇ ਹਾਂ ਕਿ ਜਿਹੜੇ ਅੱਜ ਵੀ ਇਸ ਸੋਚ ਦੇ ਬੰਦੇ ਹੈਗੇ ਆ ਉਹ ਆਪਣੀ ਸੋਚ ਨੂੰ ਬਦਲ ਦੇਣ, ਕਿਉਂਕਿ ਕਹਿਣ ਦਾ ਮਤਲਬ ਇਹ ਹੈ ਕਿ ਸਾਰੇ ਜਾਣਿਆਂ ਨੇ ਸਮਾਜ ਵਿੱਚ ਇਕੱਠਾ ਰਹਿਣਾ। ਜਦੋਂ ਅੰਬੇਦਕਰ ਸਾਹਿਬ ਨੇ ਜਾਂ ਦੂਸਰੇ ਦੇਸ਼ ਭਗਤਾਂ ਨੇ, ਸ਼ਹੀਦ ਭਗਤ ਸਿੰਘ ਨੇ ਜਦੋਂ ਇਹ ਦੇਸ਼ ਦੀ ਆਜ਼ਾਦੀ ਦਾ ਸੁਪਨਾ ਦੇਖਿਆ ਸੀ, ਉਹਨਾਂ ਨੇ ਕਦੀ ਨਹੀਂ ਸੀ ਕਿਹਾ ਕਿ ਇਸ ਦੇਸ਼ ਦੇ ਵਿੱਚ ਇਕੱਲੇ ਹਿੰਦੂ ਦਾ ਰਾਜ ਹੋਵੇ। ਉਹਨਾਂ ਨੇ ਕਦੀ ਨਹੀਂ ਸੀ ਕਿਹਾ ਕਿ ਇਸ ਦੇਸ਼ ਵਿੱਚ ਕੇਵਲ ਕਰੇ ਸਿੱਖ ਦਾ ਹੀ ਰਾਜ ਹੋਵੇ। ਉਹ ਕਹਿੰਦੇ ਸੀ ਉਹਨਾਂ ਨੂੰ ਯੋਗਤਾ ਜਿਹੜੀ ਹੈ, ਯੋਗਤਾ ਦੇ ਹਿਸਾਬ ਦੇ ਨਾਲ, ਨਾ ਕਿ ਧਰਮ ਦੇ ਨਾਂ ਦੇ ਉੱਤੇ ਉਹਨਾਂ ਨੂੰ ਜਿਹੜਾ ਹੈਗਾ ਉਹ ਇਸ ਤਰ੍ਹਾਂ ਕੀਤਾ ਜਾਵੇ। ਯੋਗਤਾ ਦੇ ਹਿਸਾਬ ਦੇ ਨਾਲ ਸਾਡੇ ਦੇਸ਼ ਭਗਤਾਂ ਨੇ ਹਮੇਸ਼ਾ ਸੁਪਨਾ ਸਿਰਜਿਆ ਸੀ। ਵੀ ਕੁਲਵਿੰਦਰ ਸਿੰਘ ਜੀ, ਮੈਂ ਤੁਹਾਡੇ ਤੋਂ ਕੁਐਸਚਨ ਕਰਦਾ ਕਿ ਇੱਕ ਸਾਡਾ ਟੌਪਿਕ ਰਹਿ ਗਿਆ ਕਿ ਜਦੋਂ ਬੀਜੇਪੀ ਹਾਰਦੀ ਹੈ ਤਾਂ ਫਿਰ ਇਹ ਆਪਣੇ ਚੇਲੇ ਚਾਟ ਕੇ ਅੱਗੇ ਕਰ ਦਿੰਦੀ। ਚੇਲੇ ਚਾਟ ਕੇ ਤਾਂ ਸਮਝਦੇ ਆ ਨਾ ਅਸੀਂ ਪੰਜਾਬੀ ਵਿੱਚ ਸਾਰੇ ਜਾਣੇ, ਹਾਂ, ਤੇ ਚੇਲੇ ਚਾਟ ਕੇ ਆਪਣੇ ਕੇ ਕਰ ਦਿੰਦੀ। ਉਹ ਫਿਰ ਕਹਿੰਦੇ ਆ ਜੀ ਬੰਗਾਲ ਨੂੰ ਕਸ਼ਮੀਰ ਬਣਾ ਦੇਣਾ ਹੁਣ ਇਹਨਾਂ ਨੇ, ਹੁਣ ਜਿੱਤ ਤਾਂ ਗਏ ਜਿੱਦਾਂ ਕੰਗਨਾ ਰਣੌਤ ਨੇ ਕਿਹਾ। ਤੇ ਤੁਸੀਂ ਆਪਣੀ ਜਿਹੜੀ ਗੱਲ ਹੁਣ ਇੱਥੇ ਰੱਖੋ, ਅਸੀਂ ਡਿਫਰੈਂਟ ਟੌਪਿਕ ਤੁਹਾਨੂੰ ਦੇ ਦਿੱਤਾ। ਹਾਂ, ਮੈਂ ਆਲਰੇਡੀ ਸੁਣਿਆ ਇਹ ਚਰਚਾ ਆਲਰੇਡੀ, ਇੱਕ ਜਿਵੇਂ ਅੰਧ ਭਗਤ ਕਹਿੰਦੇ ਆ ਨਾ ਕਿ ਅੰਧ ਭਗਤ ਨੇ ਆਲਰੇਡੀ ਬੋਲਿਆ ਕਿ ਹੁਣ ਬੰਗਾਲ ਨੂੰ ਬੰਗਲਾਦੇਸ਼ ਬਣਨ ਤੋਂ ਕੋਈ ਰੋਕ ਨਹੀਂ ਸਕਦਾ। ਤੇ ਮੇਰਾ ਉਹਨੂੰ ਇਹੀ ਜਵਾਬ ਸੀਗਾ, ਮੈਂ ਕਿਹਾ ਮੈਂ ਤੇਰੀ ਗੱਲ ਮੰਨਣਾ, ਚਲੋ ਠੀਕ ਹੈ, ਤੂੰ ਕਹਿੰਦਾ ਬੰਗਾਲ ਨੂੰ ਬੰਗਲਾਦੇਸ਼ ਬਣਨ ਤੋਂ ਨਹੀਂ ਰੋਕ ਸਕਦੇ। ਮੈਂ ਕਿਹਾ ਪਰ ਚੱਲ ਜੇ ਬੰਗਾਲ ਬੰਗਲਾਦੇਸ਼ ਵੀ ਬਣ ਜੂ ਨਾ, ਕਮ ਸੇ ਕਮ ਵੈਕਸੀਨ ਤਾਂ ਸਾਨੂੰ ਸਸਤੀ ਮਿਲੂਗੀ, ਕਿਉਂਕਿ ਬੰਗਾਲ ਇੰਡੀਆ ਬਾਂਗਲਾਦੇਸ਼ ਨੂੰ ਜਿਹੜੀ ਵੈਕਸੀਨ ਵੇਚ ਰਿਹਾ, ਉਹ ਬੰਗਲਾਦੇਸ਼ ਚ ਇੰਡੀਆ ਨੂੰ ਸਸਤੀ ਵੇਚ ਰਹੀ ਹੈ। ਹਾਂਜੀ, ਨਾਲੇ ਅਸੀਂ ਪ੍ਰੋਡਿਊਸ ਕਰਦੇ, ਨਾਲੇ ਮਹਿੰਗੀ ਵੇਚਾਂਦੇ। ਹਾਂਜੀ। ਸੋ ਮੈਂ ਕਿਹਾ ਜੇ ਬੰਗਲਾਦੇਸ਼ ਚ ਵੈਕਸੀਨ ਸਸਤੀ ਲੱਗ ਰਹੀ ਹੈ ਇਸ ਟਾਈਮ, ਉਹਦੀ ਪ੍ਰਾਇੋਰਟੀ ਜ਼ਿਆਦੇ ਆ। ਸੋ ਸਾਨੂੰ ਸਸਤੇ ਮੁੱਲ ਚ ਜੇ ਵੈਕਸੀਨ ਮਿਲ ਜੂ, ਸਾਡੇ ਲਈ ਤਾਂ ਬੰਗਲਾਦੇਸ਼ ਹੀ ਵਧੀਆ ਬਣ ਕੇ ਸਾਨੂੰ ਕੋਈ ਫਰਕ ਨਹੀਂ ਪੈਂਦਾ। ਮੈਂ ਕਿਹਾ ਪਰ ਮੈਨੂੰ ਇਹ ਦੱਸੋ, ਜੇ ਤੁਹਾਡਾ ਹਿੰਦੂ ਰਾਸ਼ਟਰ ਨਾ ਬਣਿਆ ਤੁਹਾਡਾ ਕੀ ਬਣੂ? ਸਾਡਾ ਬਣ ਵੀ ਕੀ ਰਿਹਾ ਹੈਗਾ, ਹੁਣ ਵੀ ਕੀ ਬਣ ਰਿਹਾ ਤੁਹਾਡਾ? ਹੁਣ ਤੁਸੀਂ ਹਿਸਾਬ ਲਾ ਲਓ ਕਿ ਇੱਕ ਸੀਐਮ ਨੂੰ ਹਰਾਉਣ ਵਾਸਤੇ ਪੀਐਮ ਨੇ 25 ਰੈਲੀਆਂ ਕਰੀਆਂ, ਠੀਕ ਆ। ਗ੍ਰਹਿ ਮੰਤਰੀ ਨੇ 70 ਰੈਲੀਆਂ ਕਰੀਆਂ ਬੰਗਾਲ ਵਿੱਚ, ਠੀਕ ਹੈ ਜੀ। ਤੇ ਹੋਰ ਕੋਈ ਇਹੋ ਜਿਹਾ ਨੇਤਾ ਨਹੀਂ ਉਹਨਾਂ ਦਾ ਵੱਡਾ ਤੋਂ ਵੱਡਾ ਜਿਹੜਾ ਨਹੀਂ ਪਹੁੰਚਿਆ ਹੋਵੇ ਬੰਗਾਲ ਵਿੱਚ। ਯੋਗੀ ਤੱਕ ਆ ਕੇ ਗਿਆ, ਯੋਗੀ ਕਾਫੀ ਗੰਦ ਬਕ ਕੇ ਗਿਆ, ਕਾਫੀ ਗੰਦ ਬਕ ਕੇ ਗਿਆ। ਹੁਣ ਤੁਸੀਂ ਹਿਸਾਬ ਲਾ ਲਓ ਕਿ ਕਿਸ ਲੈਵਲ ਦਾ ਪਬਲਿਕ ਨੇ ਰਿਸਪੌਂਸ ਦਿੱਤਾ, ਠੀਕ ਆ। ਇਹਨਾਂ ਨੇ ਈਵੀਐਮ ਦਾ ਵੀ ਜ਼ੋਰ ਲਾ ਕੇ ਦੇਖ ਲਿਆ, ਠੀਕ ਆ, ਉਹ ਵੀ ਨਹੀਂ ਚੱਲਿਆ ਇਹਨਾਂ ਦਾ। ਕਿਉਂਕਿ ਗੱਲ ਹੈ ਜੀ, ਲੋਕ ਰੋਹ ਤੋਂ ਸਾਰੇ ਡਰਦੇ ਆ ਭਾਜੀ। ਅਸੀਂ ਵੀ ਬੈਠੇ ਆ ਨਾ, ਜਦੋਂ ਲੋਕ ਜਿਹੜੇ ਹੈਗੇ ਨਾ ਕਿਸੇ ਹੱਦ ਤੱਕ ਚੁੱਪ ਹੁੰਦੇ ਆ, ਤੇ ਜਦੋਂ ਈਵੀਐਮ ਦੇ ਨਾਲੇ ਬਿਲਕੁਲ ਟੋਟਲੀ ਪਾਰਸ਼ੀਅਲਿਟੀ ਕਰ ਦੇਣਗੇ ਨਾ, ਤੇ ਫਿਰ ਲੋਕੀ ਵੀ ਜਵਾਬ ਦੇਣਗੇ। ਇਸ ਗੱਲ ਦਾ ਜਵਾਬ ਦੇਣਾ ਚਾਹੂੰਗਾ, ਜੇ ਕੋਈ ਬੰਦਾ ਚੁੱਪ ਹੈ ਨਾ, ਇਹਦਾ ਮਤਲਬ ਇਹ ਨਾ ਸਮਝੋ ਕਿ ਤੇਤੋਂ ਕਮਜ਼ੋਰ ਹੈ, ਠੀਕ ਆ। ਉਹ ਤੁਹਾਨੂੰ ਉਦੋਂ ਵੀ ਕਰਾਰਾ ਜਵਾਬ ਦੇ ਸਕਦਾ। ਸੋ ਜਿਹੜਾ ਸਮਝਦਾਰ ਬੰਦਾ ਹੁੰਦਾ ਨਾ, ਉਹ ਬੋਲਦਾ ਘੱਟ ਹੁੰਦਾ, ਉਹ ਸਿੱਧਾ ਜਵਾਬ ਦਿੰਦਾ ਹੁੰਦਾ, ਜਿਹੜਾ ਪਬਲਿਕ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ, ਕਿਉਂਕਿ ਗੱਲ ਇਹ ਹੈ ਕਿ ਇਹ ਆਪਣੀ ਵਿਚਾਰਧਾਰਾ ਨੂੰ ਜਿਹੜਾ ਅੱਗੇ ਵਧਾਉਣਾ ਚਾਹੁੰਦੇ ਸੀਗੇ, ਚਾਹੇ ਈਵੀਐਮ ਦੇ ਥਰੂ ਕਹਿ ਲਈਏ, ਚਾਹੇ ਜਿੱਦਾਂ ਵੀ ਗੱਲ, ਇਹਨਾਂ ਦੀ ਵਿਚਾਰਧਾਰਾ ਨੂੰ, ਜਿੱਦਾਂ ਬੰਗਾਲ ਦੇ ਵਿੱਚ ਹਾਰ ਹੋਈ, ਇਹਨਾਂ ਨੂੰ 60 ਵੱਜੀ ਹੈ, ਕਰਾਰੀ 60 ਵੱਜੀ ਆ। ਕੋਸ਼ਿਸ਼ ਦੇ ਵਿੱਚ ਹੁਣ ਇਹ ਤਾਂ ਕਹਿ ਸਕਦੇ 5 ਸਾਲ ਤੱਕ ਬੰਗਾਲ ਦੇ ਲੋਕੀ ਜਿਹੜੇ ਹੈਗੇ ਇਹਨਾਂ ਦੇ ਝਾਂਸੇ ਦੇ ਵਿੱਚ ਨਹੀਂ ਆਉਣਗੇ। ਮੈਂ ਭਾਜੀ ਮਨਪ੍ਰੀਤ ਸਿੰਘ ਤੋਂ ਫਿਰ ਮੈਂ ਆਉਣਾ ਹੈਗਾ, ਤੇ ਨਾਲ ਹੁਣ ਅਸੀਂ ਪ੍ਰੋਗਰਾਮ ਦੇ ਲਾਸਟ ਵੱਲ ਨੂੰ ਵਧਣਾ ਹੈਗਾ। ਤੇ ਭਾਜੀ ਮਨਪ੍ਰੀਤ ਜੀ, ਤੁਸੀਂ ਆਪਣੇ, ਕਿਉਂਕਿ ਤੁਸੀਂ ਤਾਂ ਹੁਣ ਚੰਗੇ ਪੱਤਰਕਾਰਾਂ ਨਾਲ ਵੀ ਰਹੇ ਆ, ਤੁਸੀਂ ਬੰਗਾਲ ਦੇ ਇਲੈਕਸ਼ਨ ਵੀ ਕਵਰ ਕੀਤੇ, ਤੁਹਾਨੂੰ ਅਸੀਂ YouTube ਤੇ ਵੀ ਪਹਿਲਾਂ ਵੀ ਦੇਖਦੇ ਰਹੇ, ਤੁਹਾਡੀ ਵੀਡੀਓਜ਼ ਵਗੈਰਾ, ਮੱਕੜ ਸਿਮਰਨ ਜੀ ਦੇ ਨਾਲ ਵੀ ਰਹੇ। ਤੁਸੀਂ ਸਮਝਾਉਂਦੇ ਸੀਗੇ ਕਿ ਉਹਨਾਂ ਨੂੰ, ਤੁਸੀਂ ਬੰਗਾਲੀ ਜਿਹੜੀ ਹੈਗੀ ਆ, ਉਹਨਾਂ ਲੋਕਾਂ ਨੂੰ ਸਾਡੇ ਨਾਲ ਇੰਟਰੈਕਸ਼ਨ ਜੋੜਦੇ ਸੀਗੇ, ਕਿਉਂਕਿ ਤੁਸੀਂ ਬੰਗਾਲੀ ਵੀ ਜਾਣਦੇ ਹੈਗੇ ਆ। ਤੇ ਉਹ ਤੁਹਾਡਾ ਤਜਰਬਾ ਕਿੱਦਾਂ ਦਾ ਰਿਹਾ? ਕਿਉਂਕਿ ਪੰਜਾਬ ਵਾਲਿਆਂ ਨੇ ਬਹੁਤ ਇੰਟਰਸਟ ਲਿਆ ਇਸ ਇਲੈਕਸ਼ਨ ਦੇ ਵਿੱਚ। ਸਾਨੂੰ ਬੰਗਾਲ ਦੇ ਨਾਲ ਪਹਿਲਾਂ ਕੋਈ ਨਹੀਂ ਦਿਲਚਸਪੀ ਜ਼ਿਆਦਾ ਨਹੀਂ ਸੀ,
ਮਗਰ ਸਾਡੇ ਲੋਕੀ ਇਹ ਦੇਖਣਾ ਚਾਹੁੰਦੇ ਸੀ ਕਿ ਜਿਹੜਾ ਵਿਪਰ ਦੀ ਸੋਚ ਨੂੰ ਰੱਖਣ ਵਾਲਾ RSS ਹੈਗਾ, ਇਹ ਹਾਰਨਾ ਚਾਹੀਦਾ। ਤੇ ਸ਼ਾਇਦ ਇਸੇ ਕਰਕੇ ਪੰਜਾਬੀਆਂ ਨੇ ਸੋਸ਼ਲ ਮੀਡੀਆ ਤੇ ਕਹਿ ਲਈਏ ਜਾਂ ਕਿਤੇ ਵੀ ਕਹਿ ਲਈਏ, ਸਾਡੇ ਲੋਕਾਂ ਨੇ ਬੰਗਾਲੀਆਂ ਤੋਂ ਸ਼ਾਇਦ ਜ਼ਿਆਦਾ ਖੁਸ਼ੀ ਮਨਾਈ ਹੋਏਗੀ ਇਸ ਚੀਜ਼ ਦੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਸਿਰਫ ਇੱਕ ਗੱਲ ਕਹਿਣਾ ਚਾਹੂੰਗਾ ਮੇਰੇ ਮਨਪ੍ਰੀਤ ਤੋਂ ਪਹਿਲਾਂ ਕਿ ਬੰਗਾਲ ਚ ਸਿਰਫ ਪੰਜਾਬ ਨਹੀਂ, ਬੰਗਾਲ ਚ ਵੀ ਪੰਜਾਬੀਆਂ ਨੇ ਸਭ ਤੋਂ ਵੱਧ ਖੁਸ਼ੀ ਮਨਾਈ ਹੈ। ਤੇ ਹੁਣ ਤੱਕ ਜਿਹੜਾ ਕੀ ਸੀਗਾ ਨਾ, ਆਪਾਂ ਨੂੰ ਸੈਂਟਰ ਚ ਕੋਈ ਆਪੋਜੀਸ਼ਨ ਚ ਚਿਹਰਾ ਨਹੀਂ ਸੀਗਾ, ਕਿਉਂਕਿ ਕਾਂਗਰਸ ਵੀ ਅੱਜ ਦੇ ਟਾਈਮ ਉਸ ਜਗ੍ਹਾ ਤੇ ਚਲੀ ਗਈ ਹੈ, ਮਨੇ ਉਹ ਫਰੰਟ ਉਹਨਾਂ ਕੋਲ ਫੇਸ ਨਹੀਂ ਹੈਗਾ। ਪਰ ਮਮਤਾ ਬੈਨਰਜੀ ਨੇ ਆ ਇਲੈਕਸ਼ਨ ਜਿੱਤ ਕੇ ਵਨ ਸਾਈਡਡ ਕਰਕੇ ਪੂਰੇ ਇੰਡੀਆ ਨੂੰ ਇੱਕ ਉਮੀਦ ਜਗਾਤੀ ਹੈ ਕਿ ਯੈਸ ਸੈਂਟਰ ਦੇ ਮੂਹਰੇ ਮੋਦੀ ਦਾ ਟੱਕਰਾ ਕਰਨ ਵਾਸਤੇ ਇੱਕ ਫੇਸ ਹੈਗਾ। ਸੋ ਤੁਸੀਂ ਡਰੋ ਨਾ, ਤੁਸੀਂ ਆਉਣ ਵਾਲੇ ਇਲੈਕਸ਼ਨਾਂ ਦੀ ਤਿਆਰੀ ਕਰੋ, ਜੰਮ ਕੇ ਲੜਾਂਗੇ ਤੇ ਆਉਣ ਵਾਲੀ ਸਰਕਾਰ ਆਪਾਂ ਬਣਾ ਸਕਦੇ ਹਾਂ। ਕਿਉਂਕਿ देयर इज वन मोर फैक्टर इन दैट, ਉਧਰੋਂ ਕੇਜਰੀਵਾਲ ਜਿੱਤ ਗਿਆ, ਹੁਣ ਦਿੱਲੀ ਚ ਇਹਨਾਂ ਦਾ ਕਰ ਦਿੱਤਾ, ਇਧਰੋਂ ਮਮਤਾ ਬੈਨਰਜੀ ਜਿੱਤ ਗਈ, ਇਧਰੋਂ DMK ਨੇ ਬਾਜੀ ਮਾਰ ਲਈ। ਕੁਛ ਨਾ ਕੁਛ ਆਪੋਜੀਸ਼ਨ ਹੁਣ ਇਹਨੂੰ ਇਕੱਠੇ ਹੋਣ ਦੀ ਜ਼ਰੂਰਤ ਹੈ ਇੱਕ ਪਲੇਟਫਾਰਮ ਦੇ ਉੱਤੇ। ਹੋਏਗਾ ਜੀ। ਹਾਂਜੀ। ਤੇ ਮੈਂ ਬਾਜੀ ਮਨਪ੍ਰੀਤ ਸਿੰਘ ਨੂੰ ਮੈਂ ਤੁਹਾਡਾ ਤਜਰਬਾ ਸੱਚ ਫਿਰ ਲੈਣਾ ਚਾਹੁੰਦਾ ਵੀ ਤੁਸੀਂ, ਕਿਉਂਕਿ ਸਾਡੇ ਪੰਜਾਬ ਦੇ ਕਿਸਾਨ ਵੀ ਉੱਥੇ ਗਏ, ਸਾਡੇ ਮੁੰਡੇ ਵੀ ਜਾਂਦੇ ਰਹੇ, ਨੌਜਵਾਨ ਵੀ ਜਾਂਦੇ ਰਹੇ ਬੰਗਾਲ ਦੇ ਵਿੱਚ। ਅਸੀਂ ਇਹਨਾਂ ਵਿਪਰਾਂ ਨੂੰ ਜਿੱਤਣ ਨਹੀਂ ਦੇਣਾ, RSS ਵਾਲੇ ਬੰਦਿਆਂ ਨੂੰ ਜਿੱਤਣ ਨਹੀਂ ਦੇਣਾ। ਤੇ ਉਹ ਤੁਹਾਡਾ ਤਜਰਬਾ ਕਿਦਾਂ ਦਾ ਰਿਹਾ, ਥੋੜਾ ਸਾਡੇ ਨਾਲ ਸ਼ੇਅਰ ਕਰੋ। ਦੇਖੋ, ਉਹ ਤਜਰਬਾ ਇਸ ਤਰ੍ਹਾਂ ਸੀਗਾ ਕਿ ਬੰਗਾਲ ਦੇ ਵਿੱਚ ਇਹਨਾਂ ਨੇ ਜਿਹੜੇ BJP ਨੇ ਸੀਗਾ, ਜਿਹੜੇ ਬਾਹਰਲੀਆਂ ਸਟੇਟਾਂ ਤੋਂ ਗੁੰਡੇ ਆਲਰੇਡੀ ਭੇਜੇ ਹੋਏ ਸੀਗੇ, ਜਿਨ੍ਹਾਂ ਨੂੰ ਆਪਾਂ ਭਗਵੇ ਗੁੰਡੇ ਕਹਿ ਸਕਦੇ ਹਾਂ। ਸੋ ਇਹਨਾਂ ਨੇ ਸੱਤਾ ਦੇ ਆਉਣ ਤੋਂ ਪਹਿਲਾਂ ਇੰਨਾ ਆਤੰਕ ਮਚਾ ਚੁੱਕਿਆ ਸੀਗਾ ਬੰਗਾਲ ਦੇ ਵਿੱਚ ਕਿ ਲੋਕਾਂ ਨੂੰ ਇਹ ਕਲੀਅਰ ਦਿਸਣ ਲੱਗ ਗਿਆ ਕਿ ਜਿਹੜੇ ਸਾਡੇ ਆਉਣ ਵਾਲੇ ਜਿਹੜਾ ਸਮਾਂ ਆ ਉਹ ਸਾਡੇ ਲਈ ਚੰਗਾ ਨਹੀਂ ਹੋਊਗਾ ਅਗਰ ਅਸੀਂ ਇਸ ਪਾਰਟੀ ਨੂੰ ਇੱਥੇ ਮੈਜੋਰਿਟੀ ਦੇ ਵਿੱਚ ਲੈ ਕੇ ਆਉਂਦੇ ਆ, ਤੇ ਸਾਡਾ ਆਉਣ ਵਾਲਾ ਜਿਹੜਾ ਫਿਊਚਰ ਆ ਉਹ ਬਹੁਤ ਹੀ ਖਰਾਬ ਜਾਊਗਾ। ਸੋ ਰਹੀ ਗੱਲ ਕਿਸਾਨਾਂ ਨੇ, ਇੱਕ ਹੀ ਗੱਲ ਬਾਰ-ਬਾਰ ਉਹਨਾਂ ਨੂੰ ਸਮਝਾਈ ਆ ਕਿ ਜਿੰਨੇ ਵੀ ਇਹਨਾਂ ਨੇ ਹੁਣ ਤੱਕ ਤੁਹਾਡੇ ਨਾਲ ਵਾਅਦੇ ਕੀਤੇ ਆ, ਸੋ ਇਹਨਾਂ ਨੇ ਨਾਰਾ ਦਿੱਤਾ ਸੀਗਾ ਕਿ 3 ਸਾਲ ਦਾ ਜਿਹੜਾ ਤੁਹਾਡਾ ਡਿਊ ਆ ਬੰਗਾਲ ਦੇ ਕਿਸਾਨਾਂ ਦਾ, ਜਿਹੜਾ 18,000 ਰੁਪਇਆ ਪਰ 6,000 ਰੁਪਇਆ 1 ਸਾਲ ਦਾ, ਸੋ 18,000 ਰੁਪਇਆ ਕਰਕੇ ਪਰ ਕਿਸਾਨ ਦੇ ਖਾਤੇ ਵਿੱਚ ਪਾਵਾਂਗੇ। ਸੋ ਉਹ ਕਿਸਾਨਾਂ ਨੇ ਕਲੀਅਰ ਸਮਝਾਇਆ ਕਿ ਤੁਹਾਨੂੰ 500 ਰੁਪਇਆ ਅਗਰ ਪਰ ਮੰਥ ਦਿੰਦੇ ਆ ਕਿ ਤੁਸੀਂ 500 ਰੁਪਏ ਵਿੱਚ ਗੁਜ਼ਾਰਾ ਕਰ ਸਕਦੇ ਹੋ। ਸੋ ਇਹਨਾਂ ਦਾ ਜਿਹੜਾ ਸੱਚ ਸੀ, ਜਿਹੜੇ ਇਹਨਾਂ ਦਾਅਵੇ ਕਰਨ ਦੀ ਇੱਥੇ ਕੋਸ਼ਿਸ਼ ਕੀਤੀ, ਸੋ ਉਹਨਾਂ ਨੂੰ ਕਿਤੇ ਨਾ ਕਿਤੇ ਆਪਣੀਆਂ ਕਿਸਾਨ ਜਥੇਬੰਦੀਆਂ ਜਾਂ ਹੋਰ ਜਿਹੜੇ ਆਪਣੇ ਬੁੱਧੀਜੀਵੀ ਲੋਕ ਸੀਗੇ ਉਹ ਕਾਊਂਟਰ ਕਰਦੇ ਰਹੇ। ਸੋ ਸਮੇਂ-ਸਮੇਂ ਇਹਨਾਂ ਦੇ ਹਰ ਇੱਕ ਵਾਅਦੇ ਨੂੰ ਉਹਨਾਂ ਨੇ ਨਕਾਰਿਆ ਆ। ਸੋ ਇਹਨਾਂ ਨੇ ਕਿਹਾ ਕਿ ਫਿਰ ਇਹਨਾਂ ਨੇ ਭੱਦੀ ਸ਼ਬਦਾਵਲੀ ਜਿਹੜੀ ਦੀਦੀ, ਜਿਵੇਂ ਕਿ ਪਿਆਰ ਦੇ ਨਾਲ ਇੱਥੇ ਲੇਡੀਜ਼ ਨੂੰ ਅਗਰ ਸਾਡੇ ਕੋਈ ਹਮ ਉਮਰ ਹੈ ਜਾਂ ਸਾਡੇ ਤੋਂ ਕੁਝ ਸਾਲ ਵੱਡੇ ਆ ਤਾਂ ਉਹਨਾਂ ਨੂੰ ਇੱਥੇ ਪਿਆਰ ਨਾਲ ਦੀਦੀ ਕਿਹਾ ਜਾਂਦਾ ਆ। ਅਗਰ ਟੀਚਰ ਦੇ ਨਾਲ ਕਰਦਾ ਸੀ, ਉਹ ਟੀਚਰ ਦੇ ਨਾਲ ਉਹ ਦੀਦੀ ਅਮਿਤ ਸ਼ਾਹ ਨੇ ਤੇ ਇੱਥੋਂ ਤੱਕ ਵੀ ਬੋਲਿਆ ਕਿ ਅਗਰ ਅਸੀਂ ਹੁਣ ਬੰਗਾਲ ਦੇ ਵਿੱਚ ਆ ਰਹੇ ਹਾਂ, ਸੋ ਅਸੀਂ ਦੀਦੀ ਦਾ ਹੁਣ ਵਿਆਹ ਕਰਾਂਗੇ, ਸੋ ਇਹਨੂੰ ਵਿਦਾਈ ਦੇਵਾਂਗੇ। ਸੋ ਇਹ ਜਿਹੜੀ ਇਹਨਾਂ ਦੀ ਜਿਹੜੀ ਬੋਲ ਸੀਗੇ, ਜਿਹੜੀ ਇਹਨਾਂ ਦੀ ਲੈਂਗੁਏਜ ਸੀਗੀ, ਬਹੁਤ ਹੀ ਗੰਦੀ ਸੀਗੀ, ਜਿਹੜਾ ਕਿ ਇੱਥੋਂ ਦੇ ਲੋਕਾਂ ਨੇ ਪਸੰਦ ਨਹੀਂ ਕੀਤੀ। ਸੋ ਆਪਾਂ ਅਗਰ ਇੱਕ ਸਮਾਜ ਵਿੱਚ ਵਿਚਰਦੇ ਆ ਤੇ ਸਾਨੂੰ ਬਹੁਤ ਹੀ ਸੁਚੱਜੇ ਤਰੀਕੇ ਨਾਲ ਵਿਚਰਨਾ ਚਾਹੀਦਾ ਆ। ਸੋ ਜਿਹੜੀ ਤੁਹਾਡੀ ਰਿਐਲਿਟੀ, ਜਿਹੜਾ ਤੁਹਾਡੇ ਦਿਲ ਦੇ ਅੰਦਰ ਆ, ਉਹ ਲੋਕਾਂ ਦੇ ਸਾਹਮਣੇ ਬਰਕਰਾਰ ਰਹੂਗਾ। ਜਿਹੜੀ ਝੂਠੀ ਬਨਾਵਟੀ ਚਿਹਰਾ ਆਪਾਂ ਲਾਉਂਦੇ ਆ, ਉਹ ਕੁਝ ਸਮੇਂ ਦੇ ਵਾਸਤੇ ਹੀ ਆਪਾਂ ਉਸ ਨੂੰ ਇੱਕ ਹਾਜ਼ਰ ਰੱਖ ਸਕਦੇ ਆ। ਉਸ ਸਮੇਂ ਤੋਂ ਬਾਅਦ ਤੁਹਾਡਾ ਉਹ ਚਿਹਰਾ ਬਦਲ ਜਾਏਗਾ ਔਰ ਤੁਹਾਡਾ ਜਿਹੜਾ ਅੰਦਰਲਾ ਸੱਚ ਆ ਲੋਕਾਂ ਦੇ ਸਾਹਮਣੇ ਆ ਜਾਏਗਾ। ਔਰ ਸੇਮ ਹੀ ਕੰਡੀਸ਼ਨ ਇਸ ਪਾਰਟੀ ਤੇ ਇਹ ਮੋਦੀ ਸਰਕਾਰ ਦੀ ਕਹਿ ਲੋ, ਤੇ ਇਹ ਜੇ ਅਮਿਤ ਸ਼ਾਹ ਵਰਗੇ ਗੁੰਡਿਆਂ ਦੀ, ਜਿਹੜੀ ਗੁੰਡੇ ਕਵਾਂਗੇ ਅਸੀਂ, ਕਿ ਜਿਨ੍ਹਾਂ ਨੂੰ ਇੱਕ ਟਾਈਮ ਸਮੇਂ ਨੇ ਤੜੀ ਪਾਰ ਕਿਹਾ, ਸੋ ਅੱਜ ਉਹ ਦੇਸ਼ ਦਾ ਗ੍ਰਹਿ ਮੰਤਰੀ ਬਣਿਆ ਫਿਰਦਾ। ਸੋ ਇਹ ਗੁੰਡੇ ਸੀਗੇ। ਸੋ ਉਹਨਾਂ ਨੇ ਆਪਦੀ ਜਿਹੜੀ ਲੈਂਗੁਏਜ, ਤਾਂ ਜਿਹੜੇ ਇਹਨਾਂ ਨੇ ਆਪਣਾ ਲੋਕਾਂ ਦੇ ਸਾਹਮਣੇ ਚਿਹਰਾ ਲੈ ਕੇ ਆਏ ਆ, ਉਹਨੇ ਇਸ ਨੂੰ ਹਰਾ ਦਿੱਤਾ ਆ। ਸੋ ਇਹ ਇਹਨਾਂ ਦਾ ਹਾਰਨ ਦਾ ਬਹੁਤ ਵੱਡਾ ਕਾਰਨ ਸੀਗਾ। ਕਿਉਂਕਿ ਮਨਪ੍ਰੀਤ ਭਾਜੀ, ਮੈਂ ਇੱਕ ਗੱਲ ਮਹਿਸੂਸ ਕਰਦਾ, ਜਦੋਂ ਅਸੀਂ ਗੁਰਬਾਣੀ ਨੂੰ ਕਿਸੇ ਨੂੰ ਸਮਝਾਉਂਦੇ ਹਾਂ ਤਾਂ ਸਾਡੇ ਮਨ ਨੂੰ ਬੜੀ ਤਸੱਲੀ ਹੁੰਦੀ ਹੈ। ਤੁਸੀਂ ਕਿਉਂਕਿ ਜਿਹੜੇ ਸਾਡੇ ਪੰਜਾਬੀ ਮੁੰਡੇ ਇੱਥੇ ਗਏ ਸੀ ਜਾਂ ਸਾਡੇ ਲੋਕੀ ਜ਼ਿਮੀਂਦਾਰ ਕਿਸਾਨ ਗਏ ਸੀਗੇ, ਜਦੋਂ ਤੁਸੀਂ ਉਹਨਾਂ ਦੀ ਗੱਲ ਬੰਗਾਲੀਆਂ ਤੱਕ ਆਪਣੀ ਬੰਗਾਲੀ ਚ ਪਹੁੰਚਾਉਂਦੇ ਹੈ, ਤੁਹਾਨੂੰ ਕਿੰਨਾ ਆਨੰਦ ਆਉਂਦਾ ਹੋਊਗਾ। ਮੈਂ ਉਹ ਆਨੰਦ ਤੁਹਾਡੇ ਤੋਂ ਸੁਣਨਾ ਚਾਹੁੰਦਾ ਸੀ, ਕਿਉਂਕਿ ਗੱਲ ਇਹ ਆ ਵੀ ਤੁਸੀਂ ਜਦੋਂ ਨੌਜਵਾਨ ਵੀਰ ਪੰਮਾ ਡੂਮੇਵਾਲ ਸੀ ਸ਼ਾਇਦ, ਆਈ ਥਿੰਕ ਉਦੋਂ ਤੁਹਾਡੇ ਦੇ ਨਾਲ ਕੋਈ ਚੰਗਾ ਮੁੰਡਾ ਸੀਗਾ ਕੋਰਸਪੋਂਡੈਂਟ, ਤੇ ਉਹ ਤੁਹਾਡੇ ਨਾਲ ਸੀ, ਤੇ ਤੁਸੀਂ ਉਧਰੋਂ ਉਹਦੇ ਨਾਲ ਗੱਲ ਕਰਕੇ ਫਿਰ ਤੁਸੀਂ ਉਹਦੀ ਟ੍ਰਾਂਸਲੇਸ਼ਨ ਕਰਕੇ ਉਹਨੂੰ ਦੱਸਦੇ ਸੀ, ਫਿਰ ਉਹਦੀ ਟ੍ਰਾਂਸਲੇਸ਼ਨ ਕਰਕੇ ਬੰਗਾਲੀ ਵਾਲੀ ਪੰਜਾਬੀ ਵਿੱਚ ਉਧਰ ਕਰਦੇ ਸੀ। ਉਹ ਬਹੁਤ ਕਮਾਲ ਦਾ ਤਜਰਬਾ ਹੋਊਗਾ ਤੁਹਾਡੇ ਲਈ।
ਬਹੁਤ ਬਹੁਤ ਦੇਖੋ, ਜਦੋਂ ਤੁਹਾਡੀ ਕੋਈ ਲੈਂਗੁਏਜ ਬੋਲਦਾ, ਜਦੋਂ ਆਪਣੇ ਬ੍ਰਿਜ ਬਣੇ ਸੀਗੇ ਨਾ ਪੰਜਾਬੀਆਂ ਤੇ ਬੰਗਾਲੀਆਂ ਦਾ, ਤੁਸੀਂ ਬਿਲਕੁਲ, ਬ੍ਰਿਜ ਬਣੇ ਸੀਗੇ ਉਸ ਵੇਲੇ, ਕਿਉਂਕਿ ਸਾਡੀ ਗੱਲ ਤੁਸੀਂ ਉਹਨਾਂ ਤੱਕ ਪਹੁੰਚਾਉਣੀ ਸੀ, ਉਹ ਬਿਲਕੁਲ, ਤੁਸੀਂ ਪਹੁੰਚਾਈ। ਬਿਲਕੁਲ ਬਿਲਕੁਲ, ਉਹ ਮੇਰੇ ਵਾਸਤੇ ਵੀ ਬਹੁਤ ਖੁਸ਼ਕਿਸਮਤੀ ਵਾਲੀ ਗੱਲ ਸੀਗੀ ਕਿ ਮੈਨੂੰ ਉਹ ਸਮਾਂ, ਉਹ ਮੌਕਾ ਮਿਲਿਆ। ਸੋ ਜਦੋਂ ਆਪਾਂ ਕਿਸੇ ਵੀ ਧਰਮ ਦੇ ਬੰਦੇ ਨਾਲ ਗੱਲ ਕਰਦੇ ਆ, ਜਦੋਂ ਆਪਾਂ ਉਹਨਾਂ ਦੀ ਲੈਂਗੁਏਜ, ਉਹਨਾਂ ਦੀ ਜਿਹੜੀ ਮਾਤਰ ਭਾਸ਼ਾ ਵਿੱਚ ਗੱਲ ਕਰਦੇ ਆ, ਤਾਂ ਉਹ ਆਪਣੇ ਉੱਤੇ ਬਹੁਤ ਗਰਵ ਮਹਿਸੂਸ ਕਰਦੇ ਆ। ਬਿਲਕੁਲ ਬਿਲਕੁਲ। ਸੋ ਉਹ ਸਮਾਂ ਬਹੁਤ ਹੀ ਇੱਕ ਕਹਿ ਲਓ ਸੁਨਹਿਰਾ ਸਮਾਂ ਹੁੰਦਾ ਹੈ ਉਹ। ਨਹੀਂ ਮਨਪ੍ਰੀਤ ਜੀ, ਤੁਹਾਡੇ ਤੇ ਕਾਫੀ ਜ਼ਿਆਦਾ ਕ੍ਰੈਡਿਟ ਜਾਂਦਾ ਹੈ, ਤੁਸੀਂ, ਤੁਹਾਡਾ ਵੀ ਇੱਕ ਰੋਲ ਮੈਂ ਸਮਝਦਾ ਹੈਗਾ ਵੀ ਅੱਜ ਜੇ ਤੁਹਾਡੇ ਨਾਲ ਸਾਡੀ ਗੱਲ ਵੀ ਹੋਣ ਡਈ ਹੈ ਤੇ ਇਹ ਵੀ ਬੜੀ ਵਧੀਆ ਗੱਲ ਹੈਗੀ, ਕਿਉਂਕਿ ਅਸੀਂ ਵੌਇਸ ਆਫ ਮਾਨਵਤਾ ਦੀ ਗੱਲ ਕਰਨੀ ਹੈ। ਅਸੀਂ ਉਹ ਗੱਲ ਕਰਨੀ ਕਿ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸੀ ਨਾ, ਜਬ ਇਹ ਕਹੇ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਜਿਹੜਾ ਸਿੱਖ ਹੈ ਉਹ ਹਮੇਸ਼ਾ ਹੀ ਵਿਪਰ ਦੇ ਖਿਲਾਫ ਖੜਾ ਹੋਇਆ, ਵਿਪਰ ਦੀ ਸੋਚ ਦੇ ਖਿਲਾਫ ਖੜਾ ਹੋਇਆ। ਅਸੀਂ ਕਿਸੇ ਧਰਮ ਦੇ ਖਿਲਾਫ ਨਹੀਂ। ਧਰਮ, ਜਿਹੜਾ ਕੋਈ ਇਨਸਾਨ ਆਪਣੇ ਧਰਮ ਦੇ ਅਸੂਲ ਅਪਣਾਉਂਦਾ, ਜੇ ਇੱਕ ਹਿੰਦੂ ਵੀਰ ਆਪਣੇ ਹਿੰਦੂ ਧਰਮ ਦੇ ਅਸੂਲ ਅਪਣਾਉਂਦਾ, ਅਸੀਂ ਬਿਲਕੁਲ ਉਹਦੇ ਨਾਲ ਖੜੇ ਹਾਂ। ਜੇ ਮੁਸਲਮਾਨ ਵੀਰ ਆਪਣੇ ਮੁਤਾਬਕ, ਆਪਣੇ ਧਰਮ ਦੇ ਮੁਤਾਬਕ ਚੱਲਦਾ ਤੇ ਅਸੀਂ ਪੂਰੀ ਸਪੋਰਟ ਕਰਦੇ ਹਾਂ। ਤੇ ਸਿੱਖ ਵੀ ਆਪਣੇ ਕਾਨੂੰਨਾਂ ਮੁਤਾਬਕ ਚੱਲੇ, ਅਸੀਂ ਕਿਸੇ ਨੂੰ ਆਪਣੇ ਵਿੱਚ ਮਰਜ ਨਹੀਂ ਕਰਨਾ ਚਾਹੁੰਦੇ। ਸਾਡੀ ਸੋਚ ਹੈ ਕਿ ਹਰ ਇੱਕ ਬੰਦਾ ਆਪਣੇ ਧਰਮ ਦੇ ਅਸੂਲਾਂ ਦੇ ਮੁਤਾਬਕ ਚੱਲੇ। ਮੁਸਲਮਾਨ ਵੀਰ ਆਪਣੇ ਸੋਚ ਦੇ ਮੁਤਾਬਕ ਚੱਲੇ, ਹਿੰਦੂ ਵੀਰ ਆਪਣੇ ਸੋਚ ਦੇ, ਜਿਹੜੇ ਉਹਦੇ ਧਰਮ ਦੇ ਚੰਗੇ ਕਾਨੂੰਨ ਆ ਉਹਨਾਂ ਨੂੰ ਉਹ ਛਾਂਟੇ, ਉਹਨਾਂ ਤੇ ਵਿਚਾਰ ਕਰੇ ਤੇ ਉਹਨਾਂ ਦੇ ਉੱਤੇ ਫਿਰ ਆਪਣਾ ਜਿਹੜਾ ਹੈਗਾ ਪਹਿਰਾ ਦੇਵੇ, ਆਪਣੇ ਜੀਵਨ ਨੂੰ ਉਸ ਦੇ ਮੁਤਾਬਕ ਚਲਾਵੇ। ਚਾਹੇ ਹਿੰਦੂ ਵੀਰ ਹੋਵੇ, ਚਾਹੇ ਮੁਸਲਮਾਨ ਵੀਰ ਹੋਵੇ, ਚਾਹੇ ਕੋਈ ਹੋਰ ਧਰਮ ਦਾ ਵੀਰ ਹੋਵੇ। ਮਗਰ ਜਦੋਂ ਵਿਪਰਵਾਦ ਸੋਚ, ਜਿਹੜਾ ਧਾਰਮਿਕ ਤੌਰ ਤੇ ਜਿਹੜੇ ਲੋਕ ਪਖੰਡ ਕਰਦੇ ਕਿਸੇ ਵੀ ਧਰਮ ਦੇ ਵਿੱਚ ਹੋਵੇ, ਅਸੀਂ ਉਹਦੇ ਹਮੇਸ਼ਾ ਹੀ ਸਾਡੇ ਜਿਹੜੇ ਹੈਗੇ ਆ, ਸਾਡੀ ਜਿਹੜੀ ਸੋਚ ਆ ਹਮੇਸ਼ਾ ਵਿਰੋਧੀ ਰਹੀ ਆ। ਵੌਇਸ ਆਫ ਮਾਨਵਤਾ ਦੇ ਵਿੱਚ ਇਸ ਕਰਕੇ ਅਸੀਂ ਸਾਰਿਆਂ ਨੂੰ ਇੱਕ ਪਲੇਟਫਾਰਮ ਦੇ ਰਹੇ ਹਾਂ ਕਿ ਹਰ ਇੱਕ ਬੰਦਾ ਆਪਣੀ ਆ ਕੇ ਇੱਥੇ ਗੱਲ ਰੱਖੇ, ਪੰਜਾਬੀ 'ਚ ਵੀ ਰੱਖੇ। ਹਿੰਦੀ ਵਾਲੇ ਵੀਰਾਂ ਦੇ ਨਾਲ, ਅਸੀਂ ਜਗਜੀਸ਼ ਦੇ ਨਾਲ ਜੀ ਦੇ ਨਾਲ ਅਸੀਂ ਹਿੰਦੀ ਦੇ ਵਿੱਚ ਗੱਲ ਕਰ ਰਹੇ ਹਾਂ। वो हमने, आप समझ रहे हैं ना हमारी बात थोड़ी थोड़ी जगदीश जी? बिल्कुल बिल्कुल, मैं पंजाबी समझता हूँ, बोल नहीं पाता हूँ, मैं पूरा पंजाबी समझता हूँ। क्योंकि हमारी जो विचार है, क्योंकि हम पंजाबी में थोड़ा फ्लुएंट हो जाते हैं, हमारी जो भावनाएं है ना, कई बार हिंदी में हम प्रकट नहीं पूरी तरह कर पाते, इसलिए फिर कई बार हमें पंजाबी बोलनी पड़ती है बीच में। और हमारे साथ नौजवान बहुत अच्छा भाषा उतना कोई, इन्होंने बंगाल के लिए बहुत अच्छा काम किया है और जी जी, बहुत अच्छी बात है, आपसे मुलाकात भी हो गई हमारी। हाँ जी, हाँ जी, वॉइस ऑफ मानवता ने हमें बहुत अच्छा वहाँ जो वेस्ट बंगाल के जो जगमोहन सिंह है ना, जो प्रचारक हैं, वो उनको मैं जानता हूँ, वो मुझे भी जानते हैं, जगमोहन सिंह। ठीक है। और मैं बिल्कुल अब मैं जा रहा हूँ प्रोग्राम की, क्योंकि काफी ज्यादा टाइम भी हो गया, क्योंकि आपके तो हमारे तो दिन चढ़ा हुआ है जहाँ पर, आप तो तकरीबन रात के 10 बजे आ चुके हैं। और मैं लास्ट कमेंट्स जो है वो हमेशा लेना चाहूंगा कि आपका आने का जहाँ का तजर्बा कैसे हुआ मनप्रीत वीर जी? पहला भाजी कुलविंदर, तुसीं दस्सिओ तुहाडा अज दा एक्सपीरियंस किदां दा रहा, ते नाले तुसीं मैसेज जिहड़ा लास्ट विच जे देना चाहुंदे आ, क्योंकि अगे पंजाब दे भी इलैक्शन आउणे आ, दूसरे स्टेटां दे भी इलैक्शन आउणे आ, ਉਹਦੇ ਵਿੱਚ ਆਪਣਾ ਮੈਸੇਜ ਤੁਸੀਂ ਕਨਵੇ ਕਰੋ। ਨਹੀਂ, ਪਹਿਲੀ ਗੱਲ ਤਾਂ ਕਿ ਬਹੁਤ ਚੰਗਾ ਲੱਗਿਆ, ਕਿਉਂਕਿ ਜਦੋਂ ਆਪਾਂ ਕੋਈ ਏਦਾਂ ਦੇ ਪਲੇਟਫਾਰਮ ਤੇ ਆਉਨੇ ਆ ਤਾਂ ਆਪਾਂ ਨੂੰ ਇੱਕ ਦੂਜੇ ਰੂਬਰੂ ਹੋ ਕੇ, ਜਿਵੇਂ ਹੁਣ ਆਪਾਂ ਜਗਦੀਸ਼ ਜੀ ਆ, ਮਨਪ੍ਰੀਤ ਜੀ, ਹੋਰ ਵੀ ਇੱਕ ਸੀਗੇ ਭਾਜੀ, ਉਹਨਾਂ ਦੇ ਨਾਲ ਜਦੋਂ ਗੱਲ ਹੁੰਦੀ ਹੈ ਤਾਂ ਆਪਾਂ ਨੂੰ ਇਹ ਆਈਡੀਆ ਲੱਗਦਾ ਕਿ ਸੋਚ ਜਿਹੜੀ ਆਪਣੀ, ਮੇਰੀ ਸੋਚ ਆ ਤੇ ਉਹਨਾਂ ਦੀ ਸੋਚ ਜਦੋਂ ਮਿਲਦੀ ਆ ਤੇ ਇਹ ਆਈਡੀਆ ਲੱਗਦਾ ਕਿ ਨਹੀਂ, ਮੈਂ ਇੱਕ ਸਹੀ ਰਾਹ ਤੇ ਜਾਂ ਮੈਂ ਸਹੀ ਦਿਸ਼ਾ 'ਚ ਜਾ ਰਿਹਾ। ਸੋ ਏਦਾਂ ਦੇ ਪਲੇਟਫਾਰਮ ਤੇ ਜਦੋਂ ਆਪਾਂ ਆਪਦੇ ਇੱਕ ਦੂਜੇ ਨਾਲ ਆਪਣੀਆਂ ਜਿਹੜੀਆਂ ਆਪਣੇ ਜਿਹੜੇ ਰਾਏ ਹੁੰਦੇ ਆ, ਆਪਾਂ ਜਦੋਂ ਸ਼ੇਅਰ ਕਰਦੇ ਆ, ਸੋ ਤੇ ਜਦੋਂ ਇਹ ਲੱਗਦਾ ਕਿ ਨਹੀਂ, ਉਹ ਮੈਂ ਸਹੀ ਦਿਸ਼ਾ 'ਚ ਜਾ ਰਿਹਾ, ਤਾਂ ਬਹੁਤ ਚੰਗਾ ਲੱਗਦਾ। ਸੋ ਏਦਾਂ ਦੇ ਪਲੇਟਫਾਰਮ ਹੁਣ ਦੇ ਟਾਈਮ ਤੇ ਬਹੁਤ ਜ਼ਿਆਦਾ ਜ਼ਰੂਰੀ ਆ, ਤਾਂ ਕਿ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ, ਹਨਾ। ਇੱਕ ਦੂਜੇ ਨੂੰ ਜੋ ਵੈਲਿਡ ਪੁਆਇੰਟ ਆ, ਜੋ ਕੰਮ ਦੀ ਗੱਲ ਆ, ਉਹ ਕੀਤੀ ਜਾਵੇ, ਹਨਾ, ਲੋਕਾਂ ਦੇ ਕਿਵੇਂ ਨਾ ਕਿਵੇਂ ਉਹਨਾਂ ਤੱਕ ਪਹੁੰਚਾਈ ਜਾਵੇ। ਸੋ ਜਦ ਤੱਕ ਆਪਾਂ ਚਰਚਾ ਨਹੀਂ ਕਰਾਂਗੇ ਤਾਂ ਕਿਸੇ ਵੀ ਚੀਜ਼ ਦਾ ਹੱਲ ਨਹੀਂ ਨਿਕਲਣਾ। ਚਰਚਾ ਦੇ ਨਾਲ ਹੀ ਹਰ ਚੀਜ਼ ਦਾ ਸੋਲੂਸ਼ਨ ਆ। ਸੋ ਚਰਚਾ ਹੋਣੀ ਚਾਹੀਦੀ ਹੈ। ਇਦਾਂ ਦੀ ਜਿਹੜੀ ਡਿਬੇਟ ਕਹਿ ਲਓ ਜਾਂ ਇਦਾਂ ਦੀ ਜਿਹੜੀ ਡਿਸਕਸ਼ਨ ਆ, ਬਹੁਤ ਚੰਗੀ ਗੱਲ ਆ। ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ, ਤਾਂ ਇਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਵੀ ਮੌਕਾ ਦਿੱਤਾ ਹੈ। ਤੁਹਾਡੇ ਇਸ ਪਲੇਟਫਾਰਮ ਤੇ ਮੌਕਾ ਮਿਲਦਾ ਰਹੇਗਾ ਭਾਜੀ, ਕਿਉਂਕਿ 90s ਦੇ ਵਿੱਚ ਜਦੋਂ ਕਾਂਗਰਸ ਡੋਮੀਨੇਟ ਸੀ ਨਾ ਦੇਸ਼ ਦੇ ਵਿੱਚ, ਉਦੋਂ ਜਦੋਂ ਵਾਜਪੇਈ ਆਇਆ ਜਾਂ ਅਰੁਣ ਜੇਟਲੀ ਆਇਆ, ਪ੍ਰਮੋਦ ਮਹਾਜਨ ਆਇਆ, ਉਦੋਂ ਨਾ ਸੀ ਇਸ ਬੀਜੇਪੀ ਦੇ ਕੇਡਰ ਨੂੰ, ਮੇਰਾ ਆਪਣਾ ਐਕਸਪੀਰੀਅੰਸ ਹੀ ਬੜਾ ਚੰਗਾ ਸਮਝਦੇ ਸੀ। ਸਾਨੂੰ ਨਹੀਂ ਸੀ ਪਤਾ ਵੀ ਇਹਨਾਂ ਦੇ ਦੇਸ਼ ਦੇ ਵਿੱਚ ਜਿਹੜੇ ਅਗਲੇ ਗੁੰਡੇ ਲੁਕੇ ਪਏ, ਇਹਨਾਂ ਦੀ ਨੈਕਸਟ ਟੀਮ ਆ, ਉਹ ਇੰਨੀ ਕੁ ਖਰਾਬ ਹੋਏਗੀ। ਉਸ ਵੇਲੇ ਸਾਡੀ ਜਿਹੜੀ ਵਿਚਾਰਧਾਰਾ ਉਹਨਾਂ ਦੇ ਨਾਲ ਮਿਲਦੀ ਸੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਸਿੱਧਾ ਸੰਪਰਕ ਕਰ ਰਿਹਾ ਸੀ। ਉਦੋਂ ਅਸੀਂ
ਛੋਟੇ ਸੀਗੇ, ਇਹਨਾਂ ਦੀਆਂ ਚਾਲਾਂ ਸਮਝ ਨਹੀਂ ਸੀ ਸਕਦੇ, ਤੇ ਉਸ ਵੇਲੇ ਸਾਨੂੰ ਇਹ ਹੀਰੋ ਲੱਗਦੇ ਸੀ। ਇੱਕ ਅਡਵਾਨੀ ਤੋਂ ਸਹੀ ਸਿਵਾਏ ਗੱਲ ਆ। ਕਿਉਂਕਿ ਅਡਵਾਨੀ ਦਾ ਅਟਲ ਪਤਾ ਬਿਹਾਰੀ ਸੀ। ਵਾਜਪੇਈ ਜੀ, ਅਟਲ ਬਿਹਾਰੀ ਵਾਜਪੇਈ ਜੀ ਨੂੰ ਵਾਕਈ ਮੈਂ ਬਹੁਤ ਰਿਸਪੈਕਟਫੁਲ, ਮੈਂ ਉਹਨਾਂ ਨੂੰ, ਹਾਂਜੀ ਅਸੀਂ ਉਹਨਾਂ ਸਾਰੇ ਦਾ ਰਿਸਪੈਕਟ ਚਿਹਰਾ ਕਰਦੇ ਦੇਖ ਕੇ ਮੈਂ ਤੁਹਾਨੂੰ ਕਹਿ ਰਿਹਾ, ਪਿਛਲੇ ਇਲੈਕਸ਼ਨ 'ਚ ਮੈਂ ਬੀਜੇਪੀ ਨੂੰ ਵੋਟ ਪਾਈ ਸੀ ਓਨਲੀ ਬਿਕੋਜ਼ ਆਫ ਅਟਲ ਬਿਹਾਰੀ ਵਾਜਪੇਈ। ਪਰ ਜਿਸ ਤਰ੍ਹਾਂ ਨਾਲ ਇਹਨਾਂ ਨੇ ਇਹ ਉੱਭਰ ਕੇ ਆਏ ਆ, ਸਾਨੂੰ ਕਲੀਅਰ ਕਰਤਾ ਕਿ ਆਉਣ ਵਾਲਾ ਸਮਾਂ ਆਪਾਂ ਨੂੰ ਕਿੱਧਰ ਜਾਣਾ ਚਾਹੀਦਾ। ਬੰਦੇ ਤੋਂ ਗਲਤੀ ਇਨਸਾਨ ਤੋਂ ਹੀ ਹੁੰਦੀ ਆ, ਸੋ ਆਪਾਂ ਨੂੰ ਗਲਤੀਆਂ ਸੁਧਾਰਨੀਆਂ ਕਿਉਂਕਿ ਚਾਹੀਦੀਆਂ। ਆਪਾਂ ਉਦੋਂ 20-22 ਸਾਲ ਦੇ ਸੀ ਜਦੋਂ ਗੁਜਰਾਤ 'ਚ ਦੰਗੇ ਹੋਏ ਆ, ਤੇ ਉਸ ਵੇਲੇ ਵਾਜਪੇਈ ਨੇ ਮੋਦੀ ਨੂੰ ਫਟਕਾਰ ਲਾਈ ਸੀ ਮੀਡੀਆ ਦੇ ਸਾਹਮਣੇ ਕਿ ਤੂੰ ਰਾਜ ਧਰਮ ਨਿਭਾ, ਤੇ ਉਸ ਵੇਲੇ ਵਾਜਪੇਈ ਦੀ ਜਿਹੜੀ ਉਹ ਗੱਲ ਜਿਹੜੀ ਹਮੇਸ਼ਾ ਯਾਦ ਆਉਂਦੀ। ਤਾਂ ਉਸ ਵੇਲੇ ਇਹ ਲੋਕ ਜਿਹੜੇ ਹੈਗੇ ਆ ਉਦੋਂ, ਕਿਉਂਕਿ ਇਹਨਾਂ ਨੇ ਆਪਣੀਆਂ ਆਹ ਵਾਲੀਆਂ ਪਾਲਿਸੀਆਂ, ਹੁਣ ਤੇ ਇੱਥੇ ਗੁੰਡਾ ਤੰਤਰ ਮਸ਼ਹੂਰ ਹੋ ਗਿਆ, ਕ੍ਰਿਮੀਨਲ ਰਿਕਾਰਡ ਦੇ ਬੰਦੇ ਹੈਗੇ ਬੀਜੇਪੀ 'ਚ, ਇਸ ਕਰਕੇ ਵੀ ਸਾਡੀ ਵਿਰੋਧਤਾ ਆ। ਇਹ ਗੱਲ ਨਹੀਂ ਕਿ ਅਸੀਂ ਕਿਸੇ ਪਾਰਟੀ ਦੇ ਨਾਲ, ਇਹ ਨਹੀਂ ਕਿ ਅਸੀਂ ਕਿਸੇ ਪਾਰਟੀ ਨਾਲ ਨਫ਼ਰਤ ਕਰਦੇ ਆ। ਅਸੀਂ ਚਾਹੁੰਦੇ ਆ, ਅਸੀਂ ਦੇਸ਼ ਦੇ ਸ਼ੁਭ ਚਿੰਤਕ ਆ। ਅਸੀਂ ਚਾਹੁੰਦੇ ਆ ਵੀ ਚੰਗੇ ਲੀਡਰ, ਮਮਤਾ ਬੈਨਰਜੀ, ਅਰਵਿੰਦ ਕੇਜਰੀਵਾਲ ਜਾਂ ਇਸ ਤਰ੍ਹਾਂ ਦੇ ਚੰਗੇ ਲੀਡਰ ਜਿਹੜੇ ਹੈਗੇ ਆ, ਉਹ ਹਮੇਸ਼ਾ ਹੀ ਦੇਸ਼ ਦੇ ਵਿੱਚ ਜਿਹਦਾ ਕੰਮ ਜਿਹੜਾ ਲੋਕਾਂ ਦੇ ਵਾਸਤੇ ਇੱਕ ਉਦਾਹਰਨ ਬਣੇ, ਐਗਜ਼ਾਮਪਲ ਬਣੇ, ਉਦਾਂ ਦੇ ਬੰਦੇ ਜਿਹੜੇ ਲੋਕਾਂ ਦੇ ਸਾਹਮਣੇ ਆਉਣ, ਜਿਹੜੇ ਲੋਕਾਂ ਦੇ ਮਸਲੇ ਹੱਲ ਕਰਨ, ਗਰੀਬੀ ਹੱਲ ਕਰੇ। ਧਰਮ ਦੇ ਨਾਂ ਦੇ ਤੇ ਵੋਟਾਂ ਲੈਣ ਵਾਲੇ ਜਾਂ ਇਦਾਂ ਦੇ ਬੰਦੇ ਜਿਹੜੇ ਹੈਗੇ ਆ, ਅਸੀਂ ਪ੍ਰਵਾਨ ਜਿਹੜੇ ਹੈਗੇ, ਸਾਡੇ ਦੇਸ਼ ਜਿਹੜਾ ਹੈਗਾ, ਸਾਡੀ ਸੋਚ ਜਿਹੜੀ ਸਿੱਖੀ ਦੀ ਸੋਚ ਆ ਜਾਂ ਆਮ ਲੋਕਾਂ ਦੀ सोच है, ਅਸੀਂ ਪ੍ਰਵਾਨ नहीं करते। संतोष साहू जी अपना कैमरा ऑन कीजिए, मैं आपके लास्ट कमेंट लेना चाहता हूँ। संतोष साहू जी आप अनम्यूट भी कर लीजिए, म्यूट भी है, क्योंकि मेरे को मालूम है कि बिजली गई हुई है। ये भी बीजेपी की कृपा है कि आज अच्छी डिस्कशन चल रही है और आपके और जगदीश जी के दोनों की बिजली गई हुई है। जी आज का जो तजर्बा हुआ है आप, हाँ जी मैं समझ सकता हूँ। और क्योंकि आज की हमारी डिबेट ज्यादा तो पंजाबी में ही चली है, मगर फिर भी क्योंकि हमने बात की, क्योंकि जो ये दोस्त, नौजवान दोस्त जो आए, ये हमारे साथ बंगाल में थे, और बंगाल में के इलेक्शन में इन्होंने एक ब्रिज का काम किया पंजाबियों और बंगाली के बीच में, और ये हमारा मैसेज बंगाल के लोगों तक पहुंचा रहे थे जहां पर बैठे, क्योंकि ये बंगाली जानते हैं, और इसलिए ये शामिल भी हुए। मैं इनके एक्सपीरियंस पूछ रहा था, और आज जो है क्योंकि बिपरवार के मुंह पर तमाचा पड़ा है, मैं समझता हूँ ये जो इलेक्शन हुई है। आपका जो लास्ट कमेंट है आप अपना देना चाहें तो मैं बहुत खुश हूँगा। जैसा कि आज का विषय रहा और सभी विद्वान लोगों के द्वारा जो बातें रखी गई, मैं उन सभी बातों का समर्थन करते हुए बस अपने तरफ से कहना चाहता हूं कि भारत के अंदर अब जब भी चुनाव हो, जो लोग हिंदुत्व की बात करें और धर्म की बात करें, ऐसे लोगों से सतर्क रहें, सावधान रहें। इसके आधार पे हमें वोट नहीं करना है और नहीं करना चाहिए। इसके कारण है कि भारत में हिंदू नाम की कोई जाति नहीं है, हिंदू नाम का कोई जगह नहीं है, और हिंदू नाम का कोई धर्म नहीं है। हिंदू के जगह पे मूलतः ब्राह्मण धर्म है, वैदिक धर्म है, सनातन धर्म है, और ये जो धर्म है ये जाति और वर्ण पे आधारित है। जब तक जाति जिंदा रहेगा, जब तक वर्ण जिंदा रहेगा, तभी तक वैदिक, ब्राह्मण या सनातन धर्म जिंदा रहेगा। हिंदुत्व की बात आई है, जो फैलाया जा रहा है, इससे लोगों को समझना जरूरी है, क्योंकि 22 करोड़ लगभग जो शेड्यूल कास्ट के भाई हैं, उनका एक गिलास पानी हाथ का चलता नहीं है, वो हिंदू कैसे होंगे? यह ब्राह्मण धर्म के अंग ही नहीं है। इसकी लड़ाई तो सदियों से चल रहा है, लोगों को पता है। दूसरा कि आदिवासी जो भाई हैं, अनुसूचित जनजाति भारत में, उनकी संख्या लगभग भारत में 12 से 13 करोड़ है। उनका ब्राह्मण धर्म की किसी भी बातों से कोई सरोकार नहीं है। उनकी परंपराएं, उनके रीति रिवाज, उनका टोटम सिस्टम, उनकी जीवन शैली, सब कुछ 100% ब्राह्मणी धर्म से भिन्न है। वो हिंदू कैसे हो सकते हैं? ऐसा ही भारत में हमारा एक बहुत बड़ा जो वर्ग है, आधा से ज्यादा संख्या ओबीसी का है। वो भी वर्ण व्यवस्था में शुद्ध रहे हैं हम लोग, हमारे बाप दादे लोग, और जाति में हमें जाति के नाम पे जो यातनाएं झेलनी पड़ रही हो तो जग जाहिर है। तो ये जो हिंदुत्व का नया जो बात लाकर संवैधानिक व्यवस्था को काउंटर करने का प्रयास चल रहा है, उससे देश के लोगों को सतर्क रहना चाहिए, बहुत समझदारी से काम लेना चाहिए। और हमको जो नेतृत्व दे सकते हैं वो इतिहास से हमें समझ लेना है कि देश को नेतृत्व कौन दे सकता है, कौन, किसके हाथ में देश सुरक्षित होगा, किसके हाथों से लोकतंत्र मजबूत होगा, संवैधानिक हक हिस्सा मिल सकेगा। ऐसे लोगों के साथ हमें रहना है, ना हमें जाति
से जाति देखना है, ना धर्म देखना है। जो अच्छे लोग हैं उनके साथ हमें चलना होगा, क्योंकि भारत का लोकतंत्र बहुत मुश्किल से आया है और भारत के लोगों का जो आज प्रगति है लोकतांत्रिक प्रणाली के कारण ही है। ये जितना ज्यादा मजबूत होगा उतने भारत और भारत के लोग खुशहाल होंगे। मैं इस मौके पे बस आखिरी एक लाइन में कहना चाहता हूँ कि जो मनुवाद है वो अंग्रेजों के जाने के बाद फिर से सर उठा रहा है। उसका यातना हमारे हजारों साल, लगभग 2000 साल से हमारे पुरखे मनुवाद की व्यवस्था के शिकार रहे हैं। ये फिर से भारत में सर उठा रहा है। इससे सतर्क रहना है। और मनुवादी हमारे भले नहीं है, न कभी थे, न आज है, न आगे रहेंगे। इसलिए हमें समानता पे आधारित जो धर्म है, जो उनके जो प्रमुख हैं उनके साथ मिलजुल के चलना होगा। ऐसा मैं अपील भी करना चाहता हूँ। आप सब मुझे अवसर दिए उसके लिए बहुत बहुत धन्यवाद। मैं दास में एक बात कहूंगा, गुरु नानक साहब ने एक बात वाणी में बात फरमाई है, नीचा अंदर नीच जात, नीची हूं अत नीच, नानक तिन के संग साथ वड्डिया से क्या रीस। कहना कि जो अपने आप को नीच समझता है ना, आप उसका एक बार उसके साथ का एक्सपीरियंस करके देखो, फिर मालूम पड़ेगा कि आपका जीवन कितना अच्छा होगा। जब आप उनको साथ में लेकर के चलो, फिर देखना भगवान की कृपा आप पर कैसे बरसेगी। मैं ये कहना चाहता हूँ कि कहने का मतलब ये है कि हमने समाज को इकट्ठा रखना है। एक ये हमारा समाज जो है वो सभी वर्गों से में मिला करके चलता है, कभी एक सोच से नहीं चलता। सरदार मेघराज सिंह जी भी साडे नाल आ गए जी, ते तुसी भी हुण क्योंकि बहुत ਜਿਹੜੇ नौजवान वीरां ने आनंद बनिया कलकत्ते दे वालियां ने, क्योंकि इनका ना जो क्रेडिट बहुत बढ़िया है। ममता बनर्जी को जिताने में या वीर परमिंदर सिंह, ये हमारे पंजाब की बातें है ना, उनको बंगाली में समझा के वो राज लेके आए हैं, इनका क्रेडिट है इसमें। और आप अपनी बात रखिए सरदार मेघराज सिंह जी, हम धन्यवाद भी करते हैं इनका। मैं तो इतना कहना चाहता हूँ, देखो ये जो मनप्रीत सिंह है, काफी दिन से इनसे मुलाकात होती है, हमारे प्रोग्राम में इंटरव्यू किया था हमने इनका। ठीक जो है, बातों में जज्बा है, जो कि काम करने का एक विश्वास है इन लोगों को, ये बहुत काबिल तारीफ है। और जो है ना, आपने बताया कि नीचा अंदर नीच जात, ये गुरु नानक साहब ने फरमाया है। दरअसल क्या है, जो सच है ना, अगर सच और ईमानदारी इंसान मतलब मजबूती से दिल से अपना लेना है, तो वहां पर ये गुण आसानी से आ जाते हैं। और जो मोदी भगत बैठे हैं, इनको सच का पता ही नहीं क्या है। तो मोदी को जिस तरह लात मार के निकाला ना वहां से, मतलब बंगाल से, ऐसे ही यहाँ से पूरे भारत से उनको लात मार के निकाला जाए तो फिर मेरे ख्याल से भारत बच सकता है। नहीं तो ये भारत को इन्होंने बिल्कुल कमजोर कर दिया है। और इतना चरमरा कर ये सिस्टम, मतलब ये जो है ना, भले ही उधर ब्राह्मण की जीत हुई है, भले चाहे मोदी जीत जाता है या ममता बनर्जी जीती है, पर जीत ब्राह्मण की हुई है। और इनके हाथ में जब तक कब्जा रहेगा ना, तब तक ये शांति या मतलब इस तरह की जो मानवता वाली बात नहीं फैल सकती। तो हम चाहते हैं कि मानवतावादी गुण जैसे बेगमपुरा राष्ट्र या सच्चाई का राष्ट्र, ऐसे जो गुरुओं के जो बख्शीश है, तभी यहाँ पर पूरा शांति आएगी। और ये हमने काम स्टार्ट कर दिया है। तो हमने आपको भी धन्यवाद करते हैं मनप्रीत सिंह जी, मनदीप सिंह जी, आपने इतना अच्छा प्रोग्राम किया। और उम्मीद करते हैं आप सभी के सभी ऐसे ही सच्चाई और ईमानदारी फैलाएं, तभी दुनिया के अंदर प्यार आएगा। इतना कहना चाहता हूँ। थैंक यू। हाँ जी, क्योंकि ऐसा है कि ये प्रोग्राम जो बहुत अच्छा मैसेज दिया है। जगदीश जी, आप हमें लास्ट कमेंट दें और हम प्रोग्राम की समाप्ति करेंगे, क्योंकि काफी ज्यादा टाइम आपका ही हो रहा है, हमारा तो कोई ज्यादा खास नहीं है। बहुत शुक्रिया। पहले तो वेस्ट बंगाल के हमारे नौजवान साथियों को बहुत बहुत बधाई और धन्यवाद उनका, क्योंकि उन्होंने वहां पे एक फतह हासिल करी है। और आज वर्ल्ड प्रेस फ्रीडम डे है। और जो सोशल मीडिया में जो वहां बंगाल की खबरें, हमारे जो बहुत सारे लोगों ने जो वहां की लगातार कवरेज करके जो सच्चाई को दिखाने का जो कोशिश किया, उसमें एक बहुत बड़ा अहम रोल रहा। क्योंकि जो मेन स्ट्रीम की मीडिया को, आज के जो भारत देश के जो लोग हैं, वो ऐसी सोशल मीडिया को भले ही मानते हैं, लेकिन मेन स्ट्रीम की मीडिया को कोई पसंद नहीं करता, ये सब झूठ है करके। और जिस ढंग से सोशल मीडिया में अन्य राज्य के लोगों ने जो वहां की सच्चाई को कवरेज करी, और उसका हमको एक बेनिफिट मिला। और लास्ट में हमारा यही एक संदेश है कि इस देश के अंदर में जो नफरत फैलाने वाले लोग हैं, झूठ फैलाने वाले लोग, उनसे सतर्क रहने की जरूरत है। हमें जो गुरुओं ने मार्गदर्शन दिया है, गुरु नानक जी से लेकर के कबीर से लेकर संत रविदास से लेकर दशमेश पिताजी ने जो हमें सिंह सजाया, खालसा पंथ की स्थापना करके जो हमें जो गुरु ग्रंथ साहब दिए, इस सच्चाई को लेकर के हम दुनिया तक जाएंगे तो मानवता को हम जोड़ सकते हैं। और बेगमपुरा राष्ट्र की जो बात करते हैं हमारे भाई साहब ने, और
ये दिन आएगा जरूर और इस दिशा में हम जरूर आगे बढ़ेंगे। वाहेगुरु जी का खालसा, वाहेगुरु जी की फतेह। क्योंकि खालसा राज, बेगमपुरा राज, हलेमी राज ये हमारा मकसद है, ये हमारा सपना है। और इस चैनल के जरिए हम लोगों में एक सोच का विस्तार करेंगे कि ये हर एक के मन का सपना बने, खालसा राज, हलेमी राज, बेगमपुरा राज। क्योंकि एक ही बात है, सच्चाई और सच्चे आदमी का राज हो, जिसकी जमीर जिंदा है उसका राज हो। कहने का मतलब ये है। वीर मनप्रीत सिंह जी लास्ट के अपना कोई गल रखनी चाहते सी, शायद उन्होंने। देखो, मैं अपनी ये बात रखना चाहता था कि जब ये देश आजाद हुआ तो सबसे ज्यादा कम समय जो राज किया अंग्रेजों ने वो पंजाब पे किया। जी जी। तो उस टाइम भी जो गुलामी की जंजीरें हैं वो पंजाब ने तोड़ी थी। और आज जो दोबारा ये बीजेपी सरकार देश को गुलाम करने जा रही थी, बेचने जा रही थी, तो आज भी वो इतिहास दोहराया गया है और दोबारा समय मिला है पंजाब को और उसके साथ में हरियाणा को और राजस्थान को। और जो जैसे पहले शुरुआत बीजेपी के पैर उखड़ने की वो पंजाब से हो चुकी थी, और आजादी के टाइम में भी बंगाल का बहुत बड़ा रोल था इस देश को आजाद कराने के लिए। सो आज वो सेकंड स्टेप फिर इतिहास फिर दोहरा दिया। बंगाल ने भी अपना जो आजादी के टाइम फर्ज निभाया था, आज भी उन्होंने वो फर्ज निभा दिया है। सो ये जो सेहरा है ये देश प्रस्ती वाले लोगों के सिर जाता है, जिन्होंने ये एक जो हिटलरधारी सरकार को जो मुंह तोड़ जवाब दिया है। सो इनका जो समा है वो अभी खराब चल रहा है। अभी ये पतन की ओर चल रहे हैं, इनका आगे आगे समा और खराब होगा। और जिस दिन ईवीएम खत्म हो गई, आने वाले 5 सालों में आपको कोई बोलने में ये नहीं सुनाई देगा कि कोई बीजेपी नाम की सरकार भी थी। सो ये बहुत बड़ा एक हाथ है। ये एक तरफ से इनका जो पंजाब को और किसानों को बर्बाद करने का इनका जो ये एक प्लान करके आए थे कि इनको आर्थिक पक्ष से कमजोर किया जाए। आज अगर बिहार के किसानों को आप लगाइएगा तो बिहार के जहाँ अन्य स्टेट के किसान बेचारे इतने कमजोर हैं कि वो इतना लंबा एजिटेशन चला ही नहीं सकते, क्योंकि उनकी आर्थिक मजबूरियां बहुत हैं। बिल्कुल। तो आज ये किसानों को बर्बाद करने की थिंकिंग लेके आए थे, लेकिन सच्चाई की जीत होती है। सच्चाई की जीत हुई और इनकी हार होनी शुरू हो चुकी है। शुरुआत पंजाब से हुई थी और सेकंड जो उसकी सीढ़ी है वो बंगाल बन चुका। अब आगे आगे केरल और आने वाले टाइम में यूपी भी आपको नजर आएगा। और अगर किसानों की मांगे अगर कंप्लीट नहीं होती, ये बिल रद्द नहीं करते और एमएसपी पे गारंटी नहीं मिलती, और जब तक साझी वार्ता और मानवता की बात नहीं करते, और आने वाले समय में आपको ये भी सुनने को नजर नहीं आएगा कि कभी कोई बीजेपी नाम की पार्टी थी। इनका पूरा यानी कि सुपड़ा साफ हो जाएगा। और मानवता की टीम और जितने भी हमारे सज्जन बैठे हुए हैं, विद्वान बैठे हुए हैं, मैं सभी का तहे दिल से शुक्रिया करता हूं कि आपने अपने अपने पक्ष, आपने अपनी अपनी सोच प्रकट की कि आप की सोच किस तरफ जा रही है, और बहुत ही सुन के अच्छा लगा। और मनदीप जी ਤੁਹਾਡਾ बहुत बहुत दिलों धन्यवाद करना जिन्होंने ना मान बख्शिया। सो परमात्मा के अरदास करते हैं कि हर बंदा हाँ जी, हर बंदा ਜਿਹੜਾ अपनी जिन्नी भी देखो एक जिवें मैनू बहुत जणियां ने मजाक कीते, मेरे को सॉरी मैं हिंदी में बोलूंगा तो ज्यादा अच्छा रहेगा। मेरे को बहुत आदमियों ने, जैसे मैं काफी जगह बंगाल में घूमा, तो जो मेरे को ग्राउंड लेवल का जो मेरे को स्थिति नजर आया कि ये सिर्फ एक हु हल्ला है इनके नेशनल मीडिया और इनके आईटी सेल के द्वारा कि बंगाल में 200 सीट आएंगी। वो 200 सीट एक्चुअली टीएमसी की आने वाली थी, वो गलत नतीजे बताते रहे अमित शाह जी। और वो जो रिजल्ट मैं जानता था, लेकिन मेरे को कुछ लोग ऐसे भी बोलते थे कि आप लोगों की बंगाल में 60,000 की गिनती है, क्या आप लोग तय करोगे कौन जीतेगा कौन हारेगा? आज वही लोगों के सामने रिजल्ट पड़ा हुआ, कौन जीता कौन हारा। सो जैसे जंगल में आग लगी थी तो एक चिड़िया आग बुझाने की कोशिश कर रही थी, तो मजाक करने वालों ने उसको मजाक किया कि तुम्हारी ये जो बूंद बूंद तुम पानी लेके आओगे इससे जंगल की आग बुझ जाएगी क्या? मजाक करने वालों ने मजाक किया था। लेकिन उसने ये बोला था कि जब ये इतिहास लिखा जाएगा कि जंगल में आग लगी थी तो मेरा आग बुझाने वालों में नाम आएगा। सो मैं वही सोच के एक अपना काम करता गया, मैं लोगों की परवाह नहीं की। सो परमात्मा ने ये बहुत ही चंगा समा लेके आया कि अज बंगाल दे विच सरकार दी हार हुई है ते टीएमसी सरकार जित्ती है। सो अपने समय दे नाल आपां नूं काम करी जाना चाहिदा आ।
ਉਹਦਾ ਰਿਜ਼ਲਟ ਤੁਹਾਨੂੰ ਆਉਣ ਵਾਲਾ ਸਮਾਂ ਦੇਵੇਗਾ। ਸੋ ਬਿਲਕੁਲ। ਲੋਕਾਂ ਦੀਆਂ ਗੱਲਾਂ ਸੁਣ ਕੇ ਆਪਾਂ ਨੂੰ ਕਦੇ ਵੀ ਸਿਕਵੇ ਵਿੱਚ ਨਹੀਂ ਜਾਣਾ ਚਾਹੀਦਾ ਕਿ ਅਸੀਂ ਕੀ ਕਰ ਰਹੇ ਹਾਂ। ਆਪਣੀ ਸੋਚ ਹਮੇਸ਼ਾ ਸੱਚੀ ਤੇ ਸੁੱਚੀ ਰੱਖੋ, रिजल्ट ਤੁਹਾਡੇ ਸਾਹਮਣੇ ਆएगा। सो ਧੰਨਵਾਦ ਸਾਰਿਆਂ ਦਾ ਬਹੁਤ ਬਹੁਤ। क्योंकि गुरु की शिक्षा ही हमें ये बातें बताती हैं, गुरु की सिक्ख्या ही कि सानू सच्चाई दे नाल, धर्म दे नाल, चंगे असूलां दे नाल खड़ना चाहिदा। हमेशा ये चीज़ां हुंदियां ते मैं सारे जिन्ने भी साडे वीर मनप्रीत सिंह जी तुहाडा ते वीर कुलविंदर सिंह तुहाडे साथी वो भी साडे नाल जुड़े, जगदीश जी तो हमारे साथ हमेशा ही होते हैं और हमारा बहुत प्यार बन गया है आपस में और आगे भी बनता रहेगा। संतोष साहू जी वो भी हमारे साथ। संतोष साहू जी क्योंकि हम आपसे है ना आने वाले समय में हम कुछ सिख विद्वान बिठाएंगे, कुछ आप अपने अटॉर्नी वाला विंग बिठाना, हम कॉन्स्टिट्यूशन पर चर्चा करेंगे आने वाले समय में। तो उसमें भी हम कुछ ना कुछ ऐसा प्रबंध करेंगे कि हमारे सिख विद्वान भी बैठे और हम जो है वो जान सकें, क्योंकि संविधान पर चर्चाएं होनी बहुत जरूरी है। और हम आगे आने वाले समय में आपको ये एक टास्क दे रहे हैं और आप भी हमें हमारा साथ देंगे, हम आशा करते हैं। वॉइस ऑफ मानवता की तरफ से हम सभी जितने भी हमारे मेहमान हैं मैं स्वागत करता हूं और उनका धन्यवाद करता हूं आपने इस चर्चा में भाग लिया। सबको वाहिगुरु जी का खालसा, वाहिगुरु जी की फतेह।